हाँ जी, सत श्री अकाल जी साਰਿਆਂ ਨੂੰ। आई होप ਤੁਹਾਡਾ ਸਾਰਿਆਂ ਦਾ ਕੁਆਰੰਟਾਈਨ ਸਹੀ ਲੰਘ ਰਿਹਾ ਹੋਊਗਾ ਘਰ ਪਰਿਵਾਰਾਂ ਦੇ ਵਿੱਚ। ਲੰਘ ਦੋਸਤੋ, ਇਹਨਾਂ ਦਿਨਾਂ ਦੇ ਵਿੱਚ ਨਾ ਹੁੰਦੇ ਹੋਏ ਵੀ ਜਦ ਕਿ ਕੰਮਕਾਰ ਬੰਦ ਨੇ ਤਦ ਵੀ ਬਹੁਤ ਕੁਛ ਕਰੋਨਾ ਤੋਂ ਬਿਨਾਂ ਵੀ ਬਹੁਤ ਕੁਛ ਹੋ ਰਿਹਾ। ਜਨਰਲੀ ਅੱਜ ਦੇ ਲਾਈਫ ਦੇ ਵਿੱਚ ਕੁਛ ਜ਼ਿਆਦਾ ਨਹੀਂ, ਕੁਛ ਸਾਈਕੋਲੋਜੀ ਦੇ ਰਿਗਾਰਡਿੰਗ ਜ਼ਰੂਰ ਗੱਲਾਂ ਆਪਾਂ ਤੁਹਾਡੇ ਨਾਲ ਵੈਸੇ ਹੀ ਸਾਂਝੀਆਂ ਕਰਨੀਆਂ, ਜਵਾਬ ਵੀ ਦੇਵਾਂਗੇ ਤੁਹਾਡੇ, ਹੈ ਨਾ। ਜੋ ਚੀਜ਼ਾਂ ਮੈਂ ਚਾਹੁੰਦਾ ਵੀ ਤੁਸੀਂ ਵੀ ਦੱਸੋ ਤੁਹਾਡੇ ਇਲਾਕਿਆਂ ਦੇ ਵਿੱਚ ਕੀ ਮਸਲੇ ਆ ਰਹੇ ਹੈ ਨਾ। ਕਿਉਂਕਿ ਕਈ ਚੀਜ਼ਾਂ ਆ ਰਹੀਆਂ ਨੇ ਘਰਾਂ ਦੇ ਵਿੱਚ ਵੀ, ਐਸੀਆਂ ਦਿੱਕਤਾਂ ਆ ਰਹੀਆਂ ਨੇ, ਕਈ ਰਿਸ਼ਤੇ ਐਸੇ ਆ ਜਿਨ੍ਹਾਂ 'ਚ ਆਪਸ 'ਚ ਨਹੀਂ ਬਣਦੀਆਂ ਪਈਆਂ ਅਤੇ ਉਹਨਾਂ ਦੇ ਵਿੱਚ ਤਕਰਾਰਾਂ ਹੋ ਰਹੀਆਂ ਨੇ, ਹੈ ਨਾ, ਘਰ ਦੇ ਵਿੱਚ ਲੋਕਡਾਊਨ ਹੋਣ ਕਰਕੇ। ਅਤੇ ਬਾਕੀ ਸੇਵਾ ਦੇ ਵੀ ਬੜੇ ਤਰੀਕੇ ਜਾਂ ਬੜੀਆਂ ਗੱਲਾਂ ਉਹਦੇ ਰਿਗਾਰਡਿੰਗ ਵੀ ਸਾਹਮਣੇ ਆ ਰਹੀਆਂ। ਕਈ ਲੋਕ ਕਹਿ ਰਹੇ ਆ ਜੀ ਵੀ ਦਾਨ ਨਹੀਂ ਕਰਨਾ ਚਾਹੀਦਾ, ਬੰਦ ਕਰ ਦਿਓ। ਬਟ ਇਹ ਹੈ ਵੀ ਗਰਾਊਂਡ ਰਿਐਲਿਟੀਜ਼ ਇਹ ਹੈ ਵੀ ਆਪਾਂ ਇੱਕ ਜਾਣੇ ਨੂੰ ਜਿਹੜਾ ਬੰਦਾ ਇੱਕ ਜਣਾ ਰਾਸ਼ਨ ਐਕਸਟਰਾ ਲੈ ਜਾਊਗਾ। ਅੱਜ ਵੀ ਅਸੀਂ ਜਦ ਜਾ ਕੇ ਆਏ ਹਾਂ, ਝਾਂਸੀ ਦੇ ਕੁਛ ਮਜ਼ਦੂਰ ਸੀਗੇ ਅਤੇ ਇੱਕ ਮੱਧ ਪ੍ਰਦੇਸ਼ ਤੋਂ ਆਏ ਹੋਏ ਸੀਗੇ, ਉਹਨਾਂ ਤੱਕ ਵੀ ਕੋਈ ਨਹੀਂ ਗਿਆ। ਪਰਸੋਂ ਅਖੀਰਲਾ ਉਹਨਾਂ ਨੂੰ ਖਾਣਾ ਮਿਲਿਆ ਸੀ, ਉਹ ਦੱਸਦੇ ਸੀ ਵੀ ਕੋਈ 2-2 ਰੋਟੀਆਂ ਦੇ ਕੇ ਗਿਆ। ਅਤੇ ਪਰ ਐਟਲੀਸਟ ਉਹ 2-2 ਰੋਟੀਆਂ ਵੀ ਕੋਈ ਦੇ ਕੇ ਗਿਆ, ਸੋ ਉਹਦੇ 'ਤੇ ਵੀ ਸਾਨੂੰ ਹੱਸਣਾ ਨਹੀਂ ਚਾਹੀਦਾ। ਕੋਈ ਹੀ ਹੋਊਗਾ ਗੈਰਤ ਵਾਲਾ ਜਿਹੜਾ ਆਪਣੇ ਘਰ 'ਚ ਬੈਠਾ ਫਿਕਰ ਕਰਦਾ ਹੋਊ ਉਹਨਾਂ ਮਜ਼ਦੂਰਾਂ ਦਾ। 2 ਵੀ ਅਗਲਾ ਦੇ ਗਿਆ ਬਹੁਤ। ਸੋ ਇਸ ਟਾਈਮ ਦੇ ਵਿੱਚ ਮਾਨਸਿਕ ਤੌਰ 'ਤੇ ਜਦੋਂ ਬੰਦਾ ਫ੍ਰੀ ਹੁੰਦਾ, ਬਹੁਤ ਤਰ੍ਹਾਂ ਦੀਆਂ ਦਿੱਕਤਾਂ ਆਉਂਦੀਆਂ। ਐਂਡ ਮਾਹਿਦਾ ਦੀਆਂ ਆਪਾਂ ਅਕਸਰ ਪਹਿਲਾਂ ਜਿਵੇਂ ਸਪੀਚਸ ਕਾਲਜਸ ਯੂਨੀਵਰਸਿਟੀ ਸਾਈਕੋਲੋਜੀ ਦੀਆਂ ਕਰੀ ਦੀਆਂ ਹੁੰਦੀਆਂ ਸੀ, ਕਈ ਤੁਹਾਡੇ 'ਚੋਂ ਮੈਸੇਜ ਵੀ ਕਰਦੇ ਵੀ ਉਹਦੇ ਰਿਗਾਰਡਿੰਗ ਸੋਸ਼ਲ ਇਸ਼ੂਜ਼ ਨਾਲ ਉਹ ਚੀਜ਼ਾਂ ਆਪਾਂ ਕਰੀਏ। ਬਹੁਤ ਜ਼ਰੂਰੀ ਹੈ ਇਹਨਾਂ ਦਿਨਾਂ ਦੇ ਵਿੱਚ ਆਪਣੇ ਮਾਈਂਡ ਨੂੰ ਆਕੂਪਾਈਡ ਰੱਖਣਾ। ਅਤੇ ਜਿਨ੍ਹਾਂ ਦੇ ਘਰਾਂ 'ਚ ਕੁਛ ਐਸੇ ਰਿਸ਼ਤੇ ਨੇ ਜਿਹੜੇ ਇੱਕ ਦੂਜੇ ਨੂੰ ਨਹੀਂ ਜਰ ਸਕਦੇ, ਫਰਜ਼ ਕਰੋ ਵੀ ਆਪਾਂ ਪੰਜਾਬ 'ਚ ਅਕਸਰ ਦੇਖਦੇ ਹਾਂ ਕਈ ਤਰ੍ਹਾਂ ਦੇ ਰਿਸ਼ਤੇ ਆ। ਹੁਣ ਜਦੋਂ ਇੱਕ ਘਰ 'ਚ ਹੁੰਦੇ ਆ, ਉੱਥੇ ਸੱਸ ਸਹੁਰੇ ਨੇ ਵੀ ਹੋਣਾ, ਜੇਠ ਜਠਾਣੀ ਨੇ ਵੀ, ਨਣਦਾਂ ਦਾ ਵੀ ਵਿੱਚ ਕਈ ਹੁੰਦਾ। ਉਹੋ ਜਿਹੇ ਵੀ ਕਈ ਮਸਲੇ ਆ ਰਹੇ ਆ। ਕਈ ਜਿਹੜੇ ਜਿਵੇਂ ਪੰਜਾਬ 'ਚ ਆਪਾਂ ਨੂੰ ਪਤਾ ਵੀ ਡਰੱਗਸ ਬੜੇ ਸੀਗੇ, ਉਹਨਾਂ ਨੂੰ ਜਦੋਂ ਤੋੜ ਲੱਗਦੀ ਹੈ ਉਹ ਐਗਰੈਸਿਵ ਹੋ ਜਾਂਦੇ ਨੇ, ਹੈ ਨਾ, ਵੀ ਜਿਹਨੂੰ ਉਹ ਚੀਜ਼ਾਂ ਨਹੀਂ ਮੁਹੱਈਆ ਹੁੰਦੀਆਂ। ਉੱਥੇ ਵੀ ਘਰਾਂ ਦੇ ਵਿੱਚ ਬਹੁਤ ਕਲੇਸ਼ ਹੈ। ਅਤੇ ਇਹਨਾਂ ਸਾਰੀਆਂ ਚੀਜ਼ਾਂ ਨਾਲ ਕੋਪ ਅਪ ਕਰਨਾ, ਹੁਣ ਇਹ ਆਪਣੇ ਆਪ 'ਚ ਇਕੱਲੀ ਇਹ ਕਰੋਨਾ ਨਾਲ ਜੰਗ ਨਹੀਂ ਹੈ, ਇੱਕ ਆ ਵੀ ਜੰਗ ਹੈ ਕਿ ਆਪਣੇ ਮਾਈਂਡ ਨੂੰ ਅਤੇ ਆਪਣੇ ਨਾਲ ਦੇ ਜਿਨ੍ਹਾਂ ਨਾਲ ਅਸੀਂ ਰਹਿੰਦੇ ਪਏ ਹਾਂ ਉਹਨਾਂ ਨਾਲ ਕਿਵੇਂ ਕੋਪ ਅਪ ਕਰਨਾ। ਕਈਆਂ ਲਈ ਚੰਗਾ ਵੀ ਹੈ ਜਿਨ੍ਹਾਂ ਨੇ ਪਹਿਲਾਂ ਆਪਣੇ ਪਰਿਵਾਰਾਂ ਨੂੰ ਨਹੀਂ ਸੀ ਟਾਈਮ ਦਿੱਤਾ, ਹੁਣ ਉਹ ਆਪਣੇ ਪਰਿਵਾਰਾਂ ਨੂੰ ਸਮਾਂ ਦੇ ਰਹੇ ਆ। ਪਰ ਇਹ ਹੈ ਵੀ ਕਈਆਂ ਦੇ ਘਰਾਂ ਦੇ ਵਿੱਚ ਇਸ ਚੀਜ਼ ਦੇ ਕਲੇਸ਼ ਵੀ ਬਹੁਤ ਜ਼ਿਆਦਾ ਦੇਖਣ ਨੂੰ ਮਿਲ ਰਹੇ ਆ। ਜੀ ਕੁਦਰਤ ਲਈ ਤਾਂ ਜਾਣੀ ਕਹਿ ਲਓ ਇਹ ਚੀਜ਼ ਇੱਕ ਵਰਦਾਨ ਬਣ ਕੇ ਆਈ ਹੈ। ਕੁਦਰਤ ਸਾਰੀ ਆਪਾਂ ਵੀਡੀਓਜ਼ ਵੀ ਪਾਈ ਦੀਆਂ ਨੇ ਵੀ ਕਦੇ ਜਿਹੜੇ ਜਾਨਵਰ ਨਹੀਂ ਸੀ ਦੇਖੇ ਅੱਜ ਚੰਡੀਗੜ੍ਹ ਦੀਆਂ ਸੜਕਾਂ 'ਤੇ ਫਿਰ ਰਹੇ ਆ, ਹੈ ਨਾ। ਲੁਧਿਆਣੇ ਦਾ ਜਿੰਨਾ ਬੁਰਾ ਹਾਲ ਪੋਲਿਊਸ਼ਨ ਨੇ ਕਰਤਾ ਸੀ, ਅਕਸਰ ਤੁਸੀਂ ਫੋਟੋਆਂ ਦੇਖਦੇ ਪਏ ਹੋ। ਅਤੇ ਸੋ ਇਹ ਕੁਦਰਤ ਲਈ, ਜਾਨਵਰਾਂ ਲਈ ਇਹ ਚੀਜ਼ ਜ਼ਰੂਰ ਹੈਗੀ ਹੈ। ਅਤੇ ਇਹਦੇ ਵਿੱਚ ਥਿਊਰੀਜ਼ ਵੀ ਕਈ ਆ ਰਹੀਆਂ ਨੇ। ਕਾਫੀ ਥਿਊਰੀ ਆ ਰਹੀ ਹੈ ਵੀ ਇਹ ਚੀਜ਼ ਮੈਨ ਮੇਡ ਹੈ। ਬਾਇਓ ਵਾਰ ਦਾ ਵੀ ਕਈ ਜ਼ਿਕਰ ਕਰਦੇ, ਕਈ ਕੰਟਰੀਜ਼ ਦੇ ਲੀਡਰਸ ਨੇ ਵੀ ਇਸ ਚੀਜ਼ ਦਾ ਜ਼ਿਕਰ ਕੀਤਾ। ਉਹ ਖੈਰ ਇੱਕ ਵੱਖਰੀਆਂ ਉਹ ਚੀਜ਼ਾਂ ਹੈਗੀਆਂ, ਉਹ ਆਪਾਂ ਆਉਣ ਵਾਲੀਆਂ ਵੀਡੀਓਜ਼ ਦੇ ਵਿੱਚ ਉਹ ਤੁਹਾਡੇ ਨਾਲ ਡਿਸਕਸ ਕਰਾਂਗੇ, ਸਲਾਹ ਕਰਾਂਗੇ। ਅਤੇ ਬਟ ਫਿਲਹਾਲ ਦੀ ਘੜੀ ਆਹੀ ਹੈ ਕਿ ਤੁਸੀਂ ਸਾਰੇ ਜਿਹੜੇ ਸੁਣਦੇ ਹੋ, ਹੈ ਨਾ, ਜਾਂ ਮਾਹੀਦਾ ਪਰਿਵਾਰ ਦੇ ਮੈਂਬਰ ਹੋ, ਅੱਜ ਤੁਹਾਡੇ ਨਾਲ ਵੈਸੇ ਗੱਲ ਕਰਨੀ ਹੈ ਵੀ ਕੀ ਤੁਹਾਨੂੰ ਤੁਹਾਡੇ ਘਰਾਂ ਦੇ ਵਿੱਚ ਬੈਠਿਆਂ ਨੂੰ ਖਾਣਾ, ਦਵਾਈਆਂ ਮੁਹੱਈਆ ਹੋ ਰਹੀਆਂ ਨੇ, ਜਾਂ ਉੱਦਾਂ ਦੀ ਤਾਂ ਨਹੀਂ ਕੋਈ ਦਿੱਕਤ ਆ ਰਹੀ। ਕਿਉਂਕਿ ਹਰ ਸ਼ਹਿਰ ਦਾ ਜਾਣੀ ਕਹਿ ਲਓ ਵੀ ਜਿਵੇਂ CPs ਦੇ ਕੰਟਰੋਲ, DCs ਦੇ ਕੰਟਰੋਲ 'ਚ ਇਸ ਟਾਈਮ ਸਾਰਾ ਹੈਗਾ। ਅਤੇ ਪਰ ਇਹ ਹੈ ਵੀ ਔਨ ਰਿਕਾਰਡ ਹੋਰ ਚੀਜ਼ਾਂ ਹੁੰਦੀਆਂ ਅਤੇ ਫੀਲਡ ਰਿਐਲਿਟੀ ਹੋਰ ਹੁੰਦੀ ਹੈ। ਸੋ ਸਾਡੀ ਵੀ ਆਹੀ ਕੋਸ਼ਿਸ਼ ਹੈ ਜੀ।
ਹਾਂਜੀ ਬਿਲਕੁਲ, ਸਾਡੀ ਵੀ ਬ੍ਰਦਰ ਆਹੀ ਕੋਸ਼ਿਸ਼ ਹੈ ਵੀ ਇੱਕ ਤਾਂ ਸੇਵਾ ਦੇ ਵਿੱਚ ਵੀ ਉਹਨਾਂ ਲੋਕਾਂ ਨੂੰ ਅਸੀਂ ਸੁਜੈਸਟ ਕਰਦੇ ਹਾਂ ਵੀ ਜਿਹੜੇ ਜਾਂਦੇ ਆ ਬਾਏ ਹੈਂਡ ਤੁਸੀਂ ਕਿਸੇ ਨੂੰ ਚੀਜ਼ ਦੇਣ ਦੇ ਬਜਾਏ, ਜਾਂ ਜਿਵੇਂ ਕਈਆਂ ਨੂੰ ਹੁੰਦਾ ਵੀ ਤਸਵੀਰਾਂ ਜਾਂ ਹੋਰ ਚੀਜ਼ਾਂ, ਵੀ ਉਹ ਚੀਜ਼ ਹੁਣ ਛੱਡੋ, ਕਿਉਂਕਿ ਨਹੀਂ ਪਤਾ ਜਿਹਦੀ ਤੁਸੀਂ ਹੁਣ ਪਿੱਛੇ ਜੇ ਕੇਸਿਸ ਵੀ ਆਏ ਆ ਸੇਵਾ ਨਿਭਾਉਂਦੇ ਜਿਹੜੇ ਸੀਗੇ, ਉਹਨਾਂ ਨੂੰ ਵੀ ਇਹ ਪ੍ਰੋਬਲਮ ਆਈ ਹੈ। ਸੋ ਡਿਸਟੈਂਸ 'ਤੇ ਜੇ ਕਿਸੇ ਨੇ ਸੇਵਾ ਵੀ ਕਰਨੀ ਹੈ, ਅਗਲੇ ਨੂੰ ਕਹੋ ਜੀ 2 ਮੀਟਰ 'ਤੇ ਤੁਸੀਂ ਹੈ ਨਾ ਵੀ ਸਮਾਨ ਉੱਥੇ ਆਪਣੀ ਸੇਵਾ ਰੱਖ ਕੇ ਉਹ ਤਾਂ ਕਿ ਲੈ ਜਾਣ। ਪਲੱਸ ਇਹ ਹੈ ਉਹਨਾਂ ਨੂੰ ਗਾਈਡ ਵੀ ਜ਼ਰੂਰ ਕਰੋ, ਵੀ ਉਹਨਾਂ ਨੂੰ ਦੱਸੋ ਵੀ ਜੇ ਤੁਹਾਡੇ ਪਰਿਵਾਰ, ਤੁਹਾਡੇ ਜਿੱਥੇ ਬਸਤੀਆਂ ਝੁੱਗੀਆਂ ਹੈਗੀਆਂ ਨੇ, ਉੱਥੇ ਜੇ ਕਿਸੇ ਨੂੰ ਖਾਂਸੀ ਜਾਂ ਬੁਖਾਰ ਹੁੰਦਾ, ਇੱਕ ਵਾਰ ਜ਼ਰੂਰ ਉਸ ਚੀਜ਼ ਦਾ ਬਾਕੀਆਂ ਨੂੰ ਉਹਦੇ ਤੋਂ ਦੂਰ ਰੱਖ ਕੇ ਡਾਕਟਰ ਨੂੰ ਜ਼ਰੂਰ ਦਿਖਾਓ। ਜੀ ਜਸ਼ਨਵੀਰ, ਹਾਂਜੀ ਇਹ ਚੀਜ਼ਾਂ ਬ੍ਰਦਰ ਜ਼ਰੂਰੀ ਨੇ, ਕਿਉਂਕਿ ਤਾਂ ਹੀ ਵੀ ਜਿਵੇਂ ਕਈ ਕਹਿ ਰਹੇ ਆ ਵੀ ਜੀ ਸੇਵਾ ਬੰਦ ਕਰ ਦਿਓ, ਬੰਦ ਕਰ ਦਿਓ। ਬੰਦ ਕਰਨ ਵਾਲਾ ਆਲਮ ਨਹੀਂ ਆ ਇਹ ਹਜੇ ਆਇਆ। ਸਾਡੀ ਆਫੀਸ਼ੀਅਲਸ ਨਾਲ ਵੀ ਆਹੀ ਗੱਲ ਹੋਈ ਸੀ ਵੀ ਜਿਹੜੀਆਂ ਮੇਨ ਰੋਡ 'ਤੇ ਘਰ ਹੈਗੇ, ਝੌਂਪੜੀਆਂ, ਉਹਨਾਂ ਤੱਕ ਤਾਂ ਚੀਜ਼ ਮੁਹੱਈਆ ਹੋ ਰਹੀ ਹੈ। ਜਿਹੜੀਆਂ ਕਈ ਐਸੀਆਂ ਥਾਵਾਂ ਨੇ, ਬਸਤੀਆਂ ਨੇ, ਉਹਨਾਂ ਤੱਕ ਨਹੀਂ। ਹੁਣ ਅੱਜ ਵੀ ਜਿਹੜੇ ਅਸੀਂ ਗਏ ਇੱਕ ਝਾਂਸੀ ਤੋਂ, ਜਿਵੇਂ ਦੱਸ ਰਹੇ ਹਾਂ, ਉਹ ਬਹੁਤ ਲੇਬਰ ਆਈ ਹੋਈ ਸੀਗੀ, ਉਹਨਾਂ ਨੂੰ ਉਹਨਾਂ ਦਾ ਠੇਕੇਦਾਰ 500 ਰੁਪਈਆ ਉਹ ਦੱਸਦੇ ਆ, ਕਿਉਂਕਿ ਹੁਣ ਸੀਪੀਜ਼ ਨੇ ਵੀ ਹਦਾਇਤਾਂ ਦਿੱਤੀਆਂ ਨੇ ਕਿ ਦਿਹਾੜੀਦਾਰਾਂ ਨੂੰ ਉਹਨਾਂ ਦਾ ਬਣਦਾ ਦਿੱਤਾ ਜਾਵੇ। ਉਹਦੇ ਵਿੱਚ ਵੀ 500 ਰੁਪਈਆ ਉਹ ਕਹਿੰਦੇ ਵੀ ਸਾਨੂੰ 8 ਦਿਨਾਂ ਦਾ ਦੇ ਕੇ ਜਾਂਦੇ ਆ ਜਿਹੜੇ ਦਿਹਾੜੀਦਾਰ, ਵੀ ਜਿਹੜੇ ਠੇਕੇਦਾਰ ਹੈ। ਬਟ ਗੱਲ ਇਹ ਹੈ ਵੀ ਠੇਕੇਦਾਰ ਕਿੰਨੀ ਕੁ ਦੇਰ ਦੇਣਗੇ, ਉਹਨਾਂ ਕੋਲ ਪੈਸਾ ਕਿੱਥੋਂ ਆਊਗਾ। ਸੋ ਅਸੀਂ ਇੱਕਦਮ ਲੋਕਡਾਊਨ ਤਾਂ ਕਰਤਾ, ਕਈ ਜਿਵੇਂ ਦਿੱਕਤਾਂ ਆ ਰਹੀਆਂ ਸਟੈਪ ਬਾਏ ਸਟੈਪ ਉਹਨਾਂ ਨੂੰ ਦੇਖਦੇ ਹੋਏ, ਬਟ ਆਪਾਂ ਨੂੰ ਚਾਹੀਦਾ ਹਰ ਦਿੱਕਤ ਤੋਂ ਇੱਕ ਸਟੈਪ ਪਹਿਲਾਂ ਆਪਾਂ ਉਹ ਚੀਜ਼ ਲਈ ਪਲੈਨਿੰਗ ਕਰੀਏ, ਨਾ ਕਿ ਦਿੱਕਤ ਆਉਣ ਤੋਂ ਬਾਅਦ 'ਚ। ਸੋ ਉਹ ਅੱਜ ਹੁਣ ਜਿਵੇਂ ਦੱਸਦੇ ਸੀ ਵੀ 8 ਦਿਨਾਂ ਦਾ ਜਾਂ 10 ਦਿਨਾਂ ਦਾ ਠੇਕੇਦਾਰ ਹੈ ਜਿਹੜੇ ਸਾਨੂੰ ਵੀ 500 ਰੁਪਈਆ ਦੇ ਰਹੇ ਆ ਦਿਹਾੜੀਦਾਰਾਂ ਨੂੰ, ਇੱਕ ਪਰਿਵਾਰ ਦੇ ਇੱਕ ਜੀਅ ਨੂੰ। ਅਤੇ ਪਲੱਸ ਇਹ ਹੈ ਰੋਟੀ ਖਾਣੇ ਦਾ, ਉਹ ਕਹਿੰਦੇ ਵੀ ਸਾਡੇ ਤੱਕ ਕੋਈ ਨਹੀਂ ਆਉਂਦਾ। ਵੀ ਜਿਵੇਂ ਇੱਕ ਬਸਤੀਆਂ ਵਾਲੇ ਦੱਸਦੇ ਸੀ ਵੀ ਉਹ 10-20 ਘਰ ਸੀਗੇ, ਵੀ ਉਹਨਾਂ ਨੂੰ ਕੋਈ ਬੰਦਾ ਆਉਂਦਾ, ਉਹ ਰੋਟੀਆਂ ਦੇ ਜਾਂਦਾ ਇਕੱਲੀਆਂ। ਫਿਰ ਇੱਕ ਉਹ ਦੱਸਦੇ ਸੀ ਵੀ ਕਾਉਂਸਲਰ ਜੀ ਆਏ, ਉਹ ਸਾਰਿਆਂ ਨੂੰ ਅੱਧਾ ਕਿਲੋ ਚੌਲ ਦੇ ਕੇ ਇਕੱਲੇ। ਅਤੇ ਬਟ ਇਹ ਵੀ ਔਖਾ, ਉਹਨਾਂ ਵਿਚਾਰਿਆਂ ਦਾ ਬਹੁਤ ਔਖਾ। ਜਿਹੜੇ ਮਾਈਗਰੈਂਟ ਲੇਬਰ ਹੈ ਉਹ ਬਹੁਤ ਇਸ ਟਾਈਮ ਤਕਲੀਫ ਦੇ ਵਿੱਚ, ਨਾ ਉਹ ਵਾਪਸ ਜਾ ਪਾ ਰਹੇ ਆ ਅਤੇ ਨਾ ਇੱਥੇ ਉਹਨਾਂ ਨੂੰ ਚੀਜ਼ਾਂ ਮੁਹੱਈਆ ਹੋ ਰਹੀਆਂ। ਹਰਪ੍ਰੀਤ ਜੀ, ਅੱਜ ਜਨਰਲੀ ਤੁਹਾਡੇ ਨਾਲ ਵੈਸੇ ਹੀ ਸਾਰਿਆਂ ਨਾਲ ਗੱਲ ਕਰਨ ਆਏ ਆ। ਇੱਕ ਤਾਂ ਜਿਵੇਂ ਘਰਾਂ ਦੇ ਵਿੱਚ ਲੋਕਡਾਊਨ ਹੋਏ ਆ, ਕਈ ਕਲੇਸ਼ ਵੀ ਹੋ ਰਹੇ ਆ, ਵੀ ਜਿਵੇਂ ਰਿਸ਼ਤੇ ਨਾਤੇ ਹੈਗੇ ਆ, ਕਈਆਂ ਦੀ ਆਪਸ 'ਚ ਨਹੀਂ ਬਣਦੀ ਹੁੰਦੀ, ਜਾਂ ਕਈ ਜਿੱਥੇ ਆਪਾਂ ਦੇਖਦੇ ਹਾਂ ਵੀ ਪਰਿਵਾਰ ਦੇ ਕੁਛ ਜੀਅ ਸ਼ਰਾਬ ਦੇ ਆਦੀ ਹੈ, ਜਾਂ ਹੋਰ ਉਹਨਾਂ ਦੀ ਅਗਰੈਸਿਵ ਨੇਚਰ ਬਾਹਰ ਆ ਰਹੀ ਹੈ ਨਾ, ਜਾਂ ਕਈ ਜਿਹੜਾ ਯੂਥ ਹੈ ਉਹ ਵਿਹਲਾ ਬੈਠਾ ਫਰਸਟਰੇਟ ਹੋ ਰਿਹਾ। ਸੋ ਉਹਦੇ ਰਿਗਾਰਡਿੰਗ ਸਾਈਕੋਲੋਜੀ ਦੀਆਂ ਕੁਛ ਗੱਲਾਂ, ਅਤੇ ਕੁਛ ਇਹ ਹੈ ਵੀ ਸੇਵਾ ਦੇ ਰਿਗਾਰਡਿੰਗ ਜਿਹੜਾ ਹੈਗਾ ਵੀ ਜਿਵੇਂ ਕਈ ਦੋ ਇਸ ਟਾਈਮ ਧੜੇ ਬਣੇ। ਇੱਕ ਕਹਿ ਰਿਹਾ ਜੀ ਸੇਵਾ ਬੰਦ ਕਰ ਦਿੱਤੀ ਜਾਵੇ, ਕਿਉਂਕਿ ਕੁਛ ਵੀਡੀਓਜ਼ ਵਾਇਰਲ ਹੋਈਆਂ, ਅਤੇ ਉਹ ਦੋਸਤਾਂ ਨੂੰ ਕਹਿਣਾ ਚਾਹੁੰਦਾ ਵੀ ਠੀਕ ਹੈ, ਕਈ ਲੋਕ ਇਹਦਾ ਮਿਸਯੂਜ਼ ਕਰਦੇ, ਰਾਸ਼ਨ ਸਟੋਰ ਕਰਕੇ ਰੱਖ ਲੈਂਦੇ, ਬਟ ਹਾਲਾਤ ਬਹੁਤ ਮਾੜੇ ਯਾਰ। ਸਾਰੇ ਕਿਤੇ ਨਹੀਂ ਕੋਈ ਸਟੋਰ ਕਰਕੇ ਰੱਖ ਰਿਹਾ, ਹੈ ਨਾ। ਇੰਨਾ ਤਾਂ ਸਾਰੇ ਦੇ ਕੇ ਜਾਂਦੇ ਆ, ਉਹ ਕਿੰਨੀ ਕੁ ਦੇਰ ਕੋਈ ਸਟੋਰ ਕਰ ਲੂਗਾ। ਅਤੇ ਜਿਹੜੇ ਇਹੋ ਜਿਹੇ ਹੈਗੇ ਉਹ ਇੱਕ ਅੱਧੇ ਕਰਕੇ ਆਪਾਂ ਆਹ ਨਾ ਸੋਚੀਏ ਵੀ ਸਾਰਿਆਂ ਨੂੰ ਹੀ ਰੋਟੀ ਮੁਹੱਈਆ ਹੋ ਗਈ। ਸ਼ੁਕਰੀਆ ਧਰਮਿੰਦਰ ਜੀ, ਸ਼ੁਕਰੀਆ ਵੀਰ, ਤੁਹਾਡੇ ਸਭ ਦੀਆਂ ਦੁਆਵਾਂ ਸਦਕੇ ਹੀ ਆ ਜੀ। ਹਰਪ੍ਰੀਤ ਜੀ, ਗੁਰਦੁਆਰਾ ਸਾਹਿਬ ਦੇ ਵਿੱਚ ਲੰਗਰ ਤਾਂ ਲੱਗਦਾ, ਪਰ ਗੱਲ ਇਹ ਹੈ ਵੀ ਸੜਕ 'ਤੇ ਜੇ ਕੋਈ ਆ ਕੇ ਉੱਥੇ ਤੱਕ ਜਾਊਗਾ, ਉਹਨੂੰ ਰਸਤੇ 'ਚ ਡਾਂਗਾਂ ਵੀ ਮਿਲਦੀਆਂ। ਸੋ ਉਹ ਠੀਕ ਹੈ ਵੀ ਉਹ ਆਪਣਾ ਉੱਥੇ ਬੈਠੇ ਨੇ, ਇਹ ਤਾਂ ਇਹ ਬਣਦਾ ਵੀ ਸਮਾਜ ਸੇਵਕ ਸੰਸਥਾਵਾਂ ਦਾ ਜਾਂ ਉਹਨਾਂ ਤੱਕ ਲੰਗਰ ਪਹੁੰਚਾਇਆ ਜਾਵੇ, ਹੈ ਨਾ। ਕਿਉਂਕਿ ਜੇ ਉਹ ਘਰਾਂ 'ਚੋਂ ਨਿਕਲ ਕੇ ਗੁਰਦੁਆਰਾ ਸਾਹਿਬ ਤੱਕ ਆਉਣ ਲੱਗ ਗਏ ਤਾਂ ਉਹ ਫਿਰ ਕਰਫਿਊ ਨਹੀਂ ਰਹੂਗਾ, ਹੈ ਨਾ। ਅਤੇ ਹਾਂਜੀ, ਇਹ ਚੀਜ਼ ਹੈ ਜੀ। ਹੁਣ ਜੀ ਇਹ ਹਰਪ੍ਰੀਤ ਜੀ, ਇਸ ਚੀਜ਼ ਦੀ ਇੱਕ ਵੀਡੀਓ ਪਹਿਲਾਂ ਵੀ ਪਾਈ ਸੀ ਵੀ ਜਿਵੇਂ
ਹੁਣ ਇਹਨਾਂ ਨੇ ਇੱਕ ਨਵਾਂ ਟਰਸਟ ਬਣਾਇਆ ਜਿਹਦੇ ਵਿੱਚ ਇਹ ਕਹਿ ਰਹੇ ਆ ਸਾਰੇ ਡੋਨੇਸ਼ਨ ਕਰੋ, ਜਦ ਕਿ ਆਲਰੇਡੀ ਇੰਡੀਆ ਦੇ ਪਹਿਲਾਂ ਟਰਸਟ ਬਣੇ ਹੋਏ ਸੀ, ਹੈ ਨਾ, ਜਿਹਦੇ ਵਿੱਚ ਆਲ ਇੰਡੀਆ ਜਦੋਂ ਕੋਈ ਵੀ ਸੰਕਟ ਆਉਂਦਾ ਇੰਡੀਆ 'ਤੇ ਉਹਦੇ ਵਿੱਚ ਹੀ ਪੈਂਦਾ ਸੀ। ਬਟ ਪਤਾ ਨਹੀਂ ਕਿਉਂ ਇਹਨਾਂ ਨੇ ਨਵਾਂ ਬਣਾਇਆ ਐਂਡ ਉਹ ਕੋਈ ਉਹਦੀ ਅਥੋਰਿਟੀ ਉਹਨਾਂ ਨੇ ਅਹੁਦਿਆਂ ਦੇ ਹਿਸਾਬ ਨਾਲ ਨਹੀਂ ਰੱਖੀ ਹੈ ਵੀ ਜਿਵੇਂ ਅੱਗੇ ਰਿਲੀਫ ਫੰਡ, PM ਰਿਲੀਫ ਫੰਡ ਸੀਗਾ ਜਾਂ ਹੋਰ ਸੀਗੇ, ਅਤੇ ਅੱਗੇ ਆਰਮੀ ਨੂੰ ਵੀ ਜਿਵੇਂ ਡੋਨੇਸ਼ਨਸ ਜਾਂਦੀਆਂ ਸੀ। ਸੋ ਹੁਣ ਇਹਨਾਂ ਨੇ ਇੱਕ ਨਵਾਂ ਬਣਾਇਆ ਅਤੇ ਉਹਦੀ ਵਜ੍ਹਾ ਨਹੀਂ ਸਮਝ ਆਈ, ਜਦ ਕਿ ਆਲਰੇਡੀ ਇਹਨਾਂ ਦਾ ਸੀਗਾ। ਇਹ ਬਹੁਤ ਔਖਾ ਹੈ ਜੀ ਇਹ ਮੈਨੇਜ ਕਰਨਾ। ਜਿਵੇਂ ਤੁਸੀਂ ਕਹਿੰਦੇ ਹੋ, ਜਿੰਨੀ ਆਬਾਦੀ, ਅਸੀਂ ਉੱਦਣ ਆਹੀ ਗੱਲ ਕਰਦੇ ਪਏ ਸੀ, ਕਿਵੇਂ ਹੁਣ ਮਿਸਾਲ ਦੇ ਤੌਰ 'ਤੇ ਵੀ 3 ਕੈਟਾਗਰੀਜ਼ ਹੈ। ਜਿਹੜਾ ਸਭ ਤੋਂ ਬੇਸਿਕ, ਜਿਵੇਂ ਲੋਅਰ ਲੈਵਲ ਕਹਿ ਲਓ, ਜਿਹੜੀ ਪਾਵਰਟੀ ਲਾਈਨ ਨੂੰ ਛੂੰਹਦਾ ਹੈ, ਸਭ ਤੋਂ ਬੇਸਿਕ ਲੈਵਲ ਦਾ ਸਟਾਟਾ ਆਪਣਾ 70% ਅੰਦਾਜ਼ਾ ਲਾ ਕੇ ਚੱਲੋ ਤੁਸੀਂ, ਹੈ ਨਾ। ਐਗਜ਼ੈਕਟ ਫਿਗਰਸ ਉਹਦੇ 'ਤੇ ਵੀ ਆਪਾਂ ਵੀਡੀਓ ਕਰਾਂਗੇ। 70% ਦੇ ਅਰਾਊਂਡ ਜੇ ਆਪਾਂ ਇੱਕ ਬੇਸ ਨੂੰ ਲੈ ਲਈਏ, ਉਹਦੇ ਉੱਪਰ ਆਪਾਂ ਲਾ ਲਈਏ ਵੀ 20% ਜਾਂ 25%, ਦੈਨ ਮਹਿਜ਼ 5% ਜਿਹੜੀ ਇਲੀਟ ਕਲਾਸ ਹੈ, ਜਿਹਨੂੰ VVIP ਕਲਾਸ ਕਹਿ ਦਿੰਦੇ ਜਾਂ ਰਿਚ ਕਲਾਸ ਕਹਿ ਦਿੰਦੇ ਹੋ। ਜਿਹੜਾ ਬੇਸਿਕ ਢਾਂਚਾ ਥੱਲੇ 75% 70% ਹੈ, ਜੇ ਉਹਦੇ ਵਿੱਚ ਇਹ ਚੀਜ਼ ਫੈਲ ਗਈ, ਕਿਉਂ ਅਸੀਂ ਕਹਿੰਦੇ ਹਾਂ ਵੀ ਉਹਨਾਂ ਤੱਕ ਗਰਾਊਂਡ ਜ਼ੀਰੋ 'ਤੇ ਮੈਸੇਜ ਨਹੀਂ ਲੱਗ ਰਿਹਾ। ਅੱਜ ਵੀ ਉਹਨਾਂ ਨੂੰ ਅਸੀਂ ਦੱਸਿਓ, ਇੱਕ ਹੀ ਗੱਲ ਕਹਿ ਰਹੇ ਸੀ ਜੀ, ਕਰਫਿਊ ਕਬ ਖੁੱਲ੍ਹੇਗਾ। ਉਹਨਾਂ ਵਿਚਾਰਿਆਂ ਨੂੰ ਆਹ ਪਤਾ ਹੀ ਨਹੀਂ ਕਿ ਕੀ COVID-19 ਹੈ। ਅਤੇ ਜਿਹੜਾ ਮਾਸਿਸ, ਜਿਹੜੇ ਸਭ ਤੋਂ ਜ਼ਿਆਦਾ ਸਾਡੇ ਉਸ ਸਟਰਾਟਾ ਦੇ ਵਿੱਚ ਹੈਗੇ ਆ, ਉਹ 70% ਦੀ ਜਿਹੜੀ ਸੈਗਮੈਂਟ ਹੈ, ਜੇ ਬੇਸ ਹੀ ਹਿੱਲ ਗਿਆ ਤਾਂ ਫਿਰ ਉੱਪਰਲੇ ਕਿਵੇਂ ਬਚਣਗੇ। ਸੋ ਬਹੁਤ ਜ਼ਰੂਰੀ ਹੈ ਉਹਨਾਂ ਅਨਐਜੂਕੇਟਿਡ ਜਿਹੜੇ ਲੋਕ ਹੈ, ਜਿਨ੍ਹਾਂ ਨੂੰ ਨਹੀਂ ਵਿਚਾਰਿਆਂ ਨੂੰ, ਗਰੀਬਾਂ ਨੂੰ ਨੌਲੇਜ, ਉਸ ਕਲਾਸ ਨੂੰ ਇਸ ਚੀਜ਼ ਬਾਰੇ ਦੱਸਿਆ ਜਾਵੇ। ਜਿਵੇਂ ਇੱਕ ਅਸੀਂ ਵੀਡੀਓ ਪਾਈ ਸੀਗੀ, ਉਹਦੇ ਵਿੱਚ ਬਕਾਇਦਾ ਉਹ ਲੇਡੀ ਕਹਿ ਰਹੀ ਹੈ ਕਿ ਜੀ कोरोना ऐसी इतनी बड़ी चीज़ है, ये मुंह से निकलती है, लाल और नीले रंग की है और दूसरे के मुंह में बढ़ चली जाती है ना। तो ਉਹਨਾਂ ਦਾ ਕਸੂਰ ਨਹੀਂ ਹੈ, ਉਹਨਾਂ ਨੂੰ ਕੋਈ ਦੱਸਣ ਵਾਲਾ ਨਹੀਂ ਹੈ ਵੀ ਇਹ ਹੈ ਕੀ। ਜੇ ਤੁਸੀਂ ਅੱਜ ਉਹਨਾਂ ਨੂੰ ਸਮਝਾਓਗੇ ਕਿ ਵਾਇਰਲ ਕੀ ਹੁੰਦਾ, ਉਹਨਾਂ ਨੂੰ ਨੌਲੇਜ ਨਹੀਂ ਹੈ ਵੀ ਵਾਇਰਲ ਕੀ ਹੁੰਦਾ, ਹੈ ਨਾ। ਅਤੇ ਸੋ ਆਹੀ ਅਸੀਂ ਤਾਂ ਬਾਰ-ਬਾਰ ਇੱਕ ਗੱਲ ਕਹਿੰਦੇ ਹਾਂ ਵੀ ਉਹ ਜਿਹੜਾ 70% ਜਿਹੜਾ ਸਭ ਤੋਂ ਜ਼ਿਆਦਾ, ਜਿਹਦੇ ਉੱਪਰ ਬਾਕੀ ਸੈਗਮੈਂਟਸ ਨੇ, 70 ਲਾ ਲਈਏ, ਉੱਪਰ 25% ਜਾਂ ਟੌਪ ਦੇ 5%, ਜੇ ਉਹ ਸੋਚਦੇ ਆ ਵੀ ਅਸੀਂ ਸੇਫ ਹੈ, ਜਿਹੜਾ ਕਿਉਂਕਿ ਹਜੇ ਇੰਡੀਵਿਜੂਅਲਸ 'ਚ ਹੈ, ਕੋਈ ਕੇਸ ਨਹੀਂ ਆਪਣੇ ਪਰਮਾਤਮਾ ਦੀ ਮਿਹਰ ਨਾਲ ਆਇਆ ਵੀ ਜਿਹਦੇ 'ਚ ਕਮਿਊਨਿਟੀ ਦੇ ਵਿੱਚ ਫੈਲਿਆ ਹੋਵੇ। ਅਤੇ ਬਟ ਉਹ ਚੀਜ਼ਾਂ ਦਾ ਬਹੁਤ ਸਾਨੂੰ ਖਿਆਲ ਰੱਖਣ ਦੀ ਜ਼ਰੂਰਤ ਹੈ। ਹੁਣ ਵੀ ਕਈ ਐਸੇ ਮਹੱਲੇ ਆ, ਹੁਣ ਤਾਂ ਬਹੁਤ ਵਧੀਆ ਗੱਲ ਹੈ, ਇਹਨਾਂ ਨੇ ਡਿਪਾਰਟਮੈਂਟਸ ਨੇ ਡਰੋਨ ਚਲਾਏ ਆ, ਉੱਥੇ ਪਤਾ ਚੱਲ ਜਾਂਦਾ ਵੀ ਕੌਣ ਬਾਹਰ ਹੈ ਕੌਣ ਨਹੀਂ, ਲੋਕਾਂ ਨੂੰ ਵੀ ਥੋੜ੍ਹਾ ਡਰ ਹੋਊ। ਅਦਰਵਾਈਜ਼ ਤਾਂ ਇਹ ਹੁੰਦਾ ਸੀ ਵੀ ਕਰਫਿਊ ਤਾਂ ਮੇਨ ਰੋਡ 'ਤੇ ਹੁੰਦਾ ਸੀ, ਪਰ ਮਹੱਲੇ ਵਾਲੀਆਂ ਆਂਟੀਆਂ ਸਾਰੀਆਂ ਇਕੱਠੀਆਂ ਹੋ ਕੇ ਉਵੇਂ ਗੱਪਸ਼ਪ ਕਰਦੀਆਂ ਹੁੰਦੀਆਂ ਸੀ। ਅਤੇ ਕਈ ਸੜਕਾਂ 'ਤੇ ਇਹ ਚੀਜ਼ ਆਮ ਦੇਖਣ ਨੂੰ ਮਿਲਦੀ ਸੀ। ਹਾਂਜੀ ਬਿਲਕੁਲ, ਜਿਵੇਂ ਤੁਸੀਂ ਕਹਿੰਦੇ ਹੋ ਵੀ ਗੁਰਦੁਆਰਾ ਸਾਹਿਬ ਲੰਗਰ ਪ੍ਰਪੇਅਰ ਕਰਨ ਅਤੇ ਓਫੀਸ਼ੀਅਲਸ ਉਹ ਚੀਜ਼ ਵੰਡਣ, ਬਿਲਕੁਲ ਤੁਸੀਂ ਸਹੀ ਕਹਿ ਰਹੇ ਹੋ। ਬਟ ਗੱਲ ਇਹ ਹੈ ਵੀ ਹਜੇ ਵੀ ਅਸੀਂ ਪ੍ਰੋਬਲਮ ਤੋਂ ਪਿੱਛੇ ਚੱਲ ਰਹੇ ਹਾਂ, ਨਾ ਕਿ ਇੱਕ ਸਟੈਪ ਅਹੈਡ, ਹੈ ਨਾ। ਸੋ ਜਿਵੇਂ ਬਹੁਤ ਵਧੀਆ ਤੁਸੀਂ ਇਹ ਵਿਚਾਰ ਹੈਗਾ, ਪਰ ਗੱਲ ਇਹ ਹੈ ਵੀ ਇੰਨੇ ਕੁ ਵਿਚਾਰ ਉਹਨਾਂ ਕੋਲ ਆਏ ਆ ਵੀ ਉਹਨਾਂ ਲਈ ਓਫੀਸ਼ੀਅਲਸ ਦੀ ਇਸ ਟਾਈਮ ਗਿਣਤੀ ਜਿਹੜੀ ਉਨੀ ਇੱਕ ਲਿਮਿਟਿਡ ਹੁੰਦੀ ਹੈ ਨਾ ਹਰ ਏਰੀਆ 'ਚ, ਕਿਉਂਕਿ ਇਹ ਪੈਂਡੈਮਿਕ ਨੂੰ ਫਸਟ ਟਾਈਮ ਹੀ ਸਾਰੇ ਆਪਣੀ ਲਾਈਫ 'ਚ ਫੇਸ ਕਰ ਰਹੇ ਹੈ। ਅਤੇ ਬਟ ਵਾਕਿਆ ਦੇ ਵਿੱਚ ਇੱਕ ਸਟੈਪ ਸਾਨੂੰ ਅਹੈਡ ਹੀ ਹੋਣਾ ਪਊਗਾ, ਫੇਰ ਹੀ ਗੱਲ ਬਣਨੀ ਹੈ ਨਾ। ਲੋਕ ਅੱਧੇ ਕੀ ਮੈਂ ਕਹਿੰਦਾ ਮੋਸਟਲੀ ਜੇ ਕੋਈ ਬਾਹਰ ਜਾਂਦਾ ਆਪਣੇ ਪਰਿਵਾਰਾਂ 'ਚੋਂ ਵੀ, ਤਾਂ ਤੁਸੀਂ ਦੇਖਿਆ ਹੋ ਵੀ ਉਹ ਜਾਂ ਦਵਾਈ ਲੈਣ ਜਾਂਦੇ ਆ ਜਾਂ ਰਾਸ਼ਨ ਲੈਣ ਜਾ ਰਹੇ ਆ, ਕਿਉਂਕਿ ਬਾਕੀ ਤਾਂ ਸਾਰਾ ਕੁਛ ਬੰਦ ਹੈ। ਸੋ ਜੇ ਉਹ ਚੀਜ਼ਾਂ ਘਰੇ ਹੀ ਮੁਹੱਈਆ ਹੋ ਜਾਣ, ਉਹਨਾਂ ਦੇ ਗਲੀਆਂ ਮੁਹੱਲਿਆਂ 'ਚ ਮੁਹੱਈਆ ਹੋ ਜਾਣ, ਤਾਂ ਮੇਰਾ ਖਿਆਲ ਕਾਫੀ ਹੱਦ ਤੱਕ ਲੋਕਾਂ ਦਾ ਬਾਹਰ ਜਾਣਾ ਵੀ ਰੁਕ ਜੂਗਾ। ਜੀ ਬਿਲਕੁਲ, ਪਰ ਇਹ ਹੈ ਵੀ ਬਹੁਤ ਵਧੀਆ ਜੋ ਸਾਰੇ NGOs ਨੇ ਬਹੁਤ ਵਧੀਆ ਕਰ ਰਹੇ ਨੇ, ਖਾਲਸਾ ਏਡ ਹੋ ਗਏ, ਹੋਰ ਸਾਰੇ ਮੈਂ ਕਹਿੰਦਾ ਛੋਟੇ ਛੋਟੇ ਕਈ ਨੌਜਵਾਨ ਸਾਡੇ ਬਹੁਤ ਮਿਹਨਤ ਕਰਦੇ ਪਏ ਆ ਇਹਨਾਂ ਦਿਨਾਂ ਦੇ ਵਿੱਚ,
ਹੈ ਨਾ। ਘਰਾਂ 'ਚੋਂ ਰਾਸ਼ਨ ਬਣਵਾ ਕੇ ਲੈ ਕੇ ਆਉਂਦੇ ਆ, ਸਾਰਾ ਕੁਝ ਜੋ ਉਹ ਕਰ ਰਹੇ ਆ। ਸੋ ਇਹਨਾਂ ਸਾਰਿਆਂ ਨੂੰ ਸਲਾਮ ਹੈ, ਪਰ ਇਹ ਹੈ ਵੀ ਇੱਕ ਦਾਇਰੇ ਦੇ ਵਿੱਚ ਰਹਿ ਕੇ ਸਾਰਿਆਂ ਨੂੰ ਕੰਮ ਕਰਨਾ ਪੈਂਦਾ ਹੈ ਨਾ। ਵੀ ਆਪਾਂ ਇਹ ਨਹੀਂ ਕਹਿ ਸਕਦੇ ਸਾਰੇ ਦਾ ਚਾਰਜ ਆਪਾਂ ਫਲਾਣਿਆਂ ਨੂੰ ਦੇ ਦਈਏ, ਕਿਉਂਕਿ ਆਫਟਰ ਆਲ ਗਵਰਨਮੈਂਟ ਐਂਡ ਅਫੀਸ਼ੀਅਲਸ ਆ ਜਿਹੜੇ, ਇਹ ਹਰ ਚੀਜ਼ ਲਈ ਹੁੰਦੇ ਆਨਸਰੇਬਲ। ਫਿਰ ਬਾਕੀ ਇਹ ਹੈ, ਆਹੀ ਇਹਨਾਂ ਦਿਨਾਂ ਦੇ ਵਿੱਚ ਜਿੰਨਾ ਆਪਣੇ ਆਪ ਨੂੰ ਸਗਾ, ਕਈਆਂ ਨੂੰ ਕਲਾ ਨਿਖਾਰਨ ਦਾ ਮੌਕਾ ਮਿਲ ਰਿਹਾ ਹੈ ਨਾ। ਤੁਸੀਂ ਦੇਖਿਆ ਉਹ ਕੋਈ ਵੀ ਜਿਹੜਾ ਮਿਊਜ਼ਿਕ 'ਚ ਹੈ ਉਹ ਹੁਣ ਮਿਊਜ਼ਿਕ ਬਣਾ ਰਿਹਾ, ਕੋਈ ਵੀ ਚੰਗੀ ਚੀਜ਼ ਹੈ। ਯੂਥ ਆਪਣੇ ਆਪ ਨੂੰ ਇੱਕ ਕੰਸਟਰਕਟਿਵ ਸਾਈਡ 'ਤੇ ਲਾ ਕੇ ਰੱਖਦਾ। ਉਦੋਂ ਉਹੀ ਗੱਲ ਕਰਦੇ ਸੀ, ਕਹਿੰਦੇ ਇਹ ਚੀਜ਼ ਜੇ ਟੈਕਨੋਲੋਜੀ ਦੇ ਆਉਣ ਤੋਂ ਪਹਿਲਾਂ ਆਉਂਦੀ ਤਾਂ ਬਹੁਤ ਔਖਾ ਹੁੰਦਾ। ਐਕਚੁਅਲੀ ਅਸੀਂ ਬਹੁਤ ਡਿਪੈਂਡੈਂਟ ਹੋ ਗਏ ਆ ਟੈਕਨੋਲੋਜੀ 'ਤੇ, ਨਹੀਂ ਤਾਂ ਅਦਰਵਾਈਜ਼ ਉਹ ਜ਼ਮਾਨੇ ਵੀ ਸੀ ਵੀ ਜਦੋਂ ਟੈਕਨੋਲੋਜੀ ਨਹੀਂ ਸੀ ਹੁੰਦੀ, ਪਰਿਵਾਰ ਦੇ ਵਿੱਚ ਹੀ ਸਾਰਿਆਂ ਦਾ ਦਿਲ ਲੱਗ ਜਾਂਦਾ ਹੁੰਦਾ ਸੀ, ਗੱਲਾਂ ਕਰ ਲੈਂਦੇ ਹੁੰਦੇ ਸੀ। ਸੋ ਹੁਣ ਸਾਨੂੰ ਥੋੜ੍ਹਾ ਜਿਹਾ ਇਹ ਚੀਜ਼ਾਂ ਨਵੀਆਂ ਜ਼ਰੂਰ ਲੱਗ ਰਹੀਆਂ, ਕਿਉਂਕਿ ਇੱਕ ਕਮਿਊਨੀਕੇਸ਼ਨ ਆਪਸ ਦੇ ਵਿੱਚ ਬਹੁਤ ਘੱਟ ਗਈ ਸੀ ਸਾਡੀ, ਐਂਡ ਟੈਕਨੋਲੋਜੀ 'ਤੇ ਹੀ ਅਸੀਂ ਸਾਰਾ ਡਿਪੈਂਡੈਂਟ ਹੋ ਗਏ ਸੀਗੇ। ਤਾਂ ਜ਼ਰੂਰ ਅਸੀਂ ਇਹ ਗੱਲ ਕਹਿੰਦੇ ਹਾਂ। ਹਰਪ੍ਰੀਤ ਜੀ, ਫੰਡਸ ਜਾ ਰਹੇ ਆ ਸਾਰੇ। ਮੈਨੂੰ ਐਕਚੁਅਲੀ ਤੁਹਾਡਾ ਕੁਐਸਚਨ ਨਹੀਂ ਸਮਝ ਆਇਆ। ਨੋ ਫੰਡ ਗਿਵਨ ਟੂ, ਜਿਹੜਾ ਜਿਵੇਂ ਇਹਨਾਂ ਦਾ ਰਿਲੀਫ ਫੰਡ ਦਾ ਇੱਕ ਇਹਨਾਂ ਦੀ ਸੰਸਥਾ ਬਣਾਈ ਹੋਈ ਸੀ ਨਾ ਪਹਿਲਾਂ, ਉਹਦੇ ਵਿੱਚ ਅਸੀਂ ਇੱਕ ਦਾ ਵਾਇਰ ਕਰਕੇ ਚੈਨਲ ਹੈ, ਉਹਨਾਂ ਨੇ ਬਹੁਤ ਵਧੀਆ, ਉਹ ਹੈਗੇ ਨੇ ਮਿਸਟਰ, ਉਹ ਆਪਣੇ ਰਿਪੋਰਟਰ ਨੇ, ਬਹੁਤ ਵਧੀਆ ਉਹਨਾਂ ਦੀ ਰਿਪੋਰਟਿੰਗ ਹੁੰਦੀ ਹੈ, ਬਹੁਤ ਬਰੀਕੀ ਵਾਲੀਆਂ ਗੱਲਾਂ ਕੱਢ ਕੇ ਵਿਨੋਦ ਦੂਆ ਜੀ, ਅਤੇ ਉਹਨਾਂ ਦੀ ਉਹ ਚੀਜ਼ ਆਪਾਂ ਸ਼ੇਅਰ ਕੀਤੀ ਸੀ, ਜਿਹਦੇ ਵਿੱਚ ਉਹ ਦੱਸਦੇ ਆ ਵੀ ਇੰਨੇ ਸਾਲਾਂ ਤੋਂ ਇੱਕ ਸੰਸਥਾ ਬਣੀ ਹੋਈ ਹੈ ਨਾ ਵੀ ਰਿਲੀਫ ਫੰਡ ਦੀ, ਕੀ ਜ਼ਰੂਰਤ ਪੈ ਗਈ ਕਿ ਅੱਜ ਅਸੀਂ ਇੱਕ ਨਵੇਂ ਨਾਮ 'ਤੇ ਇੱਕ ਅੱਡ ਚੀਜ਼ ਬਣਾ ਰਹੇ ਹਾਂ, ਜਿਹਦੇ ਵਿੱਚ ਕੋਈ ਅਹੁਦਾ ਵੀ, ਜਿਵੇਂ ਅੱਗੇ ਹੁੰਦਾ ਸੀ ਨਾ ਪ੍ਰਧਾਨ ਮੰਤਰੀ ਰਿਲੀਫ ਫੰਡ ਹੋ ਗਿਆ, ਜਾਂ ਅੱਡ ਅੱਡ ਇਹਨਾਂ ਦੇ ਹੁੰਦੇ ਸੀ। ਅਤੇ ਉਸ ਵੀਡੀਓ ਨੂੰ ਵੀ ਇੱਕ ਵਾਰ ਦੇਖਿਓ, ਹੈ ਨਾ, ਕਿਉਂਕਿ ਉਹਦੀ ਵੀ ਵਜ੍ਹਾ ਨਹੀਂ ਕਿਸ ਨੂੰ ਸਮਝ ਆਈ, ਐਂਡ ਉਸ ਚੀਜ਼ ਦਾ ਜਿਹੜਾ ਕੋਈ ਬੇਅਰਰ ਹੈਗਾ ਜਾਂ ਜਿਹੜੀਆਂ ਉਸ ਚੀਜ਼ ਨੂੰ ਹੈਂਡਲ ਕਰਦੇ ਅਥਾਰਟੀ ਜਾਂ ਕੋਈ ਪਰਟੀਕੂਲਰ ਰੈਂਕ ਦੇ ਤਹਿਤ ਨਹੀਂ ਆ ਉਹ ਆਈ ਥਿੰਕ ਉਹਨਾਂ ਨੇ ਸਾਰਾ ਉਹਦੇ ਵਿੱਚ ਦੱਸਿਆ ਹੋਇਆ। ਵਿਨੋਦ ਦੂਆ ਜੀ ਦੀ ਬਹੁਤ ਵਧੀਆ ਉਹਦੇ 'ਤੇ ਰਿਪੋਰਟਿੰਗ ਆ ਸਾਰੀ ਆਈ ਹੋਈ। ਇਹੀ ਤਾਂ ਜੀ ਅਸੀਂ ਕਹਿੰਦੇ ਹਾਂ ਵੀ ਜਿਹੜੇ ਡੋਨੇਸ਼ਨਾਂ ਦਿੰਦੇ ਆ, ਵੀ ਸਭ ਤੋਂ ਪਹਿਲਾਂ ਤਾਂ ਬੇਸਿਕ ਇਹ ਹੈ ਵੀ ਜੇ ਪਿੰਡ ਦੇ ਸਰਪੰਚ ਲੋਕਾਂ ਨੂੰ ਇਹ ਚੀਜ਼ ਸਮਝਾਉਣ ਕਿ ਆਪਣੇ ਪਿੰਡ ਦੇ ਵਿੱਚ ਕੋਈ ਗਰੀਬ ਗੁਰਬਾ, ਇਹ ਤਾਂ ਸ਼ੁਰੂ ਤੋਂ ਹੀ ਅਸੀਂ ਆਖਦੇ ਹਾਂ ਵੀ ਉਹ ਹੈਗਾ ਭਾਈ, ਉਸ ਪਰਿਵਾਰ ਦੀ ਜ਼ਿੰਮੇਵਾਰੀ ਆਪਾਂ ਲਈਏ, ਹੈ ਨਾ। ਚਾਹੇ ਉਹਨੂੰ ਥੋੜ੍ਹੀ ਥੋੜ੍ਹੀ ਕੰਮ ਵੀ ਪਿੰਡ ਦਾ ਦੇਤਾ, ਜ਼ਿੰਮੇਵਾਰੀਆਂ ਦੇਤੀਆਂ, ਹੈ ਨਾ। ਅਤੇ ਬਹੁਤ ਹੱਦ ਤੱਕ ਇਹਨਾਂ ਚੀਜ਼ਾਂ, ਇਹਨਾਂ ਮਸਲਿਆਂ ਨੂੰ ਥੰਮ ਪੈ ਸਕਦਾ ਹੈ ਜੇ ਕਾਊਂਸਲਰਸ ਆਪਣੇ ਇਲਾਕਿਆਂ 'ਚ ਲੋਕਾਂ ਨੂੰ ਕੰਟੀਨਿਊਟੀ ਦੇ ਵਿੱਚ ਮਿਲਣ, ਉਹਨਾਂ ਨੂੰ ਇਹ ਚੀਜ਼ ਕਹਿਣ ਵੀ ਯਾਰ ਵੀ ਆਪਣੇ ਇਲਾਕੇ 'ਚ ਕਿਸੇ ਨੂੰ ਇਲਾਜ ਦੀ ਦਿੱਕਤ ਨਹੀਂ ਆਉਣੀ ਚਾਹੀਦੀ, ਕਿਸੇ ਨੂੰ ਭੁੱਖ ਦੀ ਦਿੱਕਤ ਨਹੀਂ ਆਉਣੀ ਚਾਹੀਦੀ। ਹੁਣ ਬਹੁਤ ਵਧੀਆ ਜਿਹੜੇ ਨੌਜਵਾਨ ਕਈ ਸਰਪੰਚ ਹੈਗੇ ਨੇ, ਉਹ ਉਹਨਾਂ ਨੇ ਆਪਣੇ ਏਰੀਏ ਸੀਲ ਕਰਤੇ ਆ, ਆਪਣੇ ਇਲਾਕਿਆਂ 'ਚ ਸਪਰੇਆਂ ਕਰਵਾ ਰਹੇ ਆ, ਹੈ ਨਾ। ਅਤੇ ਬਟ ਇਹ ਹੈ ਵੀ ਬਹੁਤ ਵਧੀਆ ਤੁਸੀਂ ਗੱਲ ਆਖੀ ਵੀ ਨਾ ਤਾਂ ਸਮਾਜ ਸੇਵਕ ਸੰਸਥਾਵਾਂ ਦੀ ਲੋੜ ਪਵੇ ਅਤੇ ਅੱਧਾ ਬੋਝ ਵੀ ਪ੍ਰਸ਼ਾਸਨ ਦਾ ਘੱਟ ਜਾਵੇ ਜੇ ਸਾਡੇ ਲੋਕ ਹੀ ਇੰਨੇ ਕੁ ਸਿਆਣੇ ਹੋ ਜਾਣ। ਹੁਣ ਅਸੀਂ ਵੀ ਜਿਹੜੀਆਂ ਬਸਤੀਆਂ ਦੇ ਵਿੱਚ ਜਾਂਦੇ ਹਾਂ, ਤੁਸੀਂ ਦੇਖੋ ਅੱਜ ਇੱਕ ਥਾਂ ਜਦੋਂ ਨਾ ਬਸਤੀਆਂ 'ਚ ਗਏ, ਸਾਹਮਣੇ ਕਿਸੇ ਦਾ ਅੱਧੇ ਕਨਾਲ ਦਾ ਮੇਰਾ ਖਿਆਲ ਫਾਰਮ ਹਾਊਸ ਬਣਾਇਆ ਹੋਇਆ ਸੀ, ਹੈ ਨਾ। ਇੱਕ ਕਨਾਲ ਤੋਂ ਘੱਟ ਸੀਗਾ, ਉਹ ਅੱਧੇ ਕਨਾਲ ਤੋਂ ਥੋੜ੍ਹਾ ਜਿਹਾ ਜ਼ਿਆਦਾ ਲਾ ਲਓ। ਉਹਨੇ ਬੰਦੇ ਨੇ ਬਹੁਤ ਵਧੀਆ ਉੱਥੇ ਫਾਰਮ ਹਾਊਸ ਬਣਾਇਆ, ਉੱਥੇ ਇੱਕ ਮਜ਼ਦੂਰ ਪਰਿਵਾਰ ਰੱਖਿਆ ਹੋਇਆ ਸੀ ਉਹਨੇ, ਕਦੇ ਕਦਾਈ ਜਾਂਦਾ ਹੋਊਗਾ, ਉਹਨਾਂ ਦਾ ਪਰਿਵਾਰ ਵੀ ਰੋਟੀ ਲੈਣ ਆਇਆ। ਅਤੇ ਸਾਨੂੰ ਇਹ ਸੀ, ਡਾਊਟ ਸੀ ਵੀ ਯਾਰ ਵੀ ਸ਼ਾਇਦ ਇਹਦੇ ਕੋਲ ਹੋ ਸਕਦਾ ਖਾਣਾ ਹੋਵੇ। ਅਤੇ ਅੰਦਰ ਜਦੋਂ ਟੀਮ ਮੈਂਬਰ ਗਏ ਅਤੇ ਜਾ ਕੇ ਉਹਨਾਂ ਨੇ ਦੇਖਿਆ, ਉਹ ਅੰਦਰ ਸਾਰਾ ਚੈੱਕ ਕੀਤਾ, ਉਹਨਾਂ ਦੇ ਨਹੀਂ ਸੀ। ਅਤੇ ਸੋ ਇਹ ਹੈ ਵੀ ਉਹੋ ਜਿਹੇ ਬੰਦੇ ਨੂੰ ਵੀ ਚਾਹੀਦਾ ਵੀ ਜਿਹੜਾ ਆਪਣੇ ਪਲਾਟ ਦੇ ਵਿੱਚ ਮਜ਼ਦੂਰਾਂ ਨੂੰ ਰੱਖਦਾ, ਐਟਲੀਸਟ ਉਹ ਇੱਕ ਪਰਿਵਾਰ ਦੀ ਵੀ ਜ਼ਿੰਮੇਵਾਰੀ ਲੈ ਲੇ, ਹੈ ਨਾ।
ਵੀ ਭਾਈ ਵੀ ਤੁਸੀਂ ਮੇਰੇ ਉੱਥੇ ਰਹਿੰਦੇ ਹੋ, ਤੁਹਾਡਾ ਹੁਣ ਸਾਰਾ ਕੁਝ ਬੰਦ ਹੋਇਆ, ਬਟ ਇਹ ਹੈ ਵੀ ਉਹ 3 ਬੱਚੇ ਸੀ, ਹਸਬੈਂਡ ਵਾਈਫ ਸੀਗੇ, ਅਤੇ ਇੱਕ ਉਹਨਾਂ ਦਾ ਬਜ਼ੁਰਗ ਉਹਨਾਂ ਨਾਲ ਰਹਿੰਦੇ ਸੀ। ਸੋ ਇਹ ਇੰਨਾ ਐਡਾ ਪਰਿਵਾਰ ਸੀ, ਅਤੇ ਜਿਨ੍ਹਾਂ ਦੇ ਉਹ ਉੱਥੇ ਫਾਰਮ ਹਾਊਸ 'ਤੇ ਰਹਿ ਰਹੇ ਸੀ, ਉਹਨਾਂ ਨੂੰ ਵੀ ਰੋਟੀ ਜਿਹੜੀ ਹੈ ਮੁਹੱਈਆ ਨਹੀਂ ਹੋਈ। ਸੋ ਇਹ ਤਾਂ ਬਹੁਤ ਵੱਡੀ ਗੱਲ ਆ, ਆਪਾਂ ਕਹੀਏ ਇੱਕ ਪੂਰੇ ਇਲਾਕੇ ਦੀ ਜ਼ਿੰਮੇਵਾਰੀ ਕੋਈ ਲੈ ਲੂਗਾ, ਬਟ ਇਹ ਇੱਕ ਬੇਸਿਕ ਸਾਡੇ ਲੋਕਾਂ ਦੇ ਅੰਦਰ ਹੀ ਇੰਨੀ ਕੁ ਇਨਸਾਨੀਅਤ ਹੋਣੀ ਚਾਹੀਦੀ ਹੈ। ਇਹ ਕੋਈ ਔਖੀ ਗੱਲ ਨਹੀਂ ਆ, ਹੈ ਨਾ। ਜਿਵੇਂ ਤੁਹਾਡੇ ਦਿਲ 'ਚ ਇਹ ਖਿਆਲ ਆਇਆ, ਅਸੀਂ ਵੀ ਆਹੀ ਸੋਚਦੇ ਹਾਂ ਵੀ ਯਾਰ ਵੀ ਆਪਾਂ ਦੂਜੀਆਂ ਥਾਵਾਂ 'ਤੇ ਜਾ ਕੇ ਦਿੰਦੇ ਹਾਂ, ਜਦ ਕਿ ਉਹਨਾਂ ਦਾ ਵੀ ਇੰਨਾ ਕੁ ਫਰਜ਼ ਬਣਦਾ। ਬਾਕੀ ਕਈ ਇਹ ਮੈਸੇਜ ਕਰ ਰਹੇ ਹੈ ਕਿ ਟਾਈਮ ਪਾਸ ਕਿਵੇਂ ਕਰੀਏ। ਟਾਈਮ ਪਾਸ ਦਾ ਤਾਂ ਦੋਸਤੋ ਇਹ ਹੈ ਵੀ ਬਹੁਤ ਵਧੀਆ ਚੀਜ਼ਾਂ ਹੈਗੀਆਂ ਨੇ ਔਨਲਾਈਨ ਵੀ। ਤੁਸੀਂ ਅੱਜ ਕੱਲ੍ਹ ਤਾਂ ਖੈਰ ਬਹੁਤ ਜ਼ਿਆਦਾ ਨੈੱਟਫਲਿਕਸ ਨੇ ਸਹਾਰਾ ਦਿੱਤਾ ਹੋਇਆ ਇਹਨਾਂ ਦਿਨਾਂ ਦੇ ਵਿੱਚ, ਜਾਂ ਇਹੋ ਜਿਹੇ ਕਈ ਜਿਵੇਂ ਪ੍ਰਾਈਮ, ਐਮਾਜ਼ੋਨ ਪ੍ਰਾਈਮ ਆ ਗਿਆ। ਅਤੇ ਬਟ ਇਹ ਉਸ ਤੋਂ ਬਿਨਾਂ ਵੀ ਕਈ ਅਸੀਂ ਦੇਖਦੇ ਹਾਂ ਵੀ ਜਿਵੇਂ ਪਹਿਲਾਂ ਬਚਪਨ 'ਚ ਲੁੱਡੋ ਜਾਂ ਤਾਸ਼ ਆਪਾਂ ਖੇਡਦੇ ਹੁੰਦੇ ਸੀਗੇ, ਚੈਸ ਖੇਡਦੇ ਹੁੰਦੇ ਸੀ। ਕਈ ਲੋਕ ਉਹਨਾਂ ਚੀਜ਼ਾਂ ਦੇ ਵਿੱਚ ਬਿਜ਼ੀ ਹੈ, ਕਈ ਬੁੱਕਸ ਦੇ ਵਿੱਚ, ਰੀਡਿੰਗ ਦੇ ਵਿੱਚ ਬਿਜ਼ੀ। ਔਨਲਾਈਨ ਵੀ ਕਈ ਆ ਜਾਂਦੀਆਂ, ਜਿਵੇਂ ਕਿੰਡਲ ਐਡੀਸ਼ਨਸ ਉਹਨਾਂ ਨੂੰ ਕਹਿੰਦੇ ਆ, ਉਹਨਾਂ ਚੀਜ਼ਾਂ 'ਚ। ਕਈ ਜਿਹੜੇ ਮਿਊਜ਼ਿਕ ਦੇ ਵਿੱਚ ਹੈਗੇ ਆ, ਹੈ ਨਾ, ਸੰਗੀਤ ਦੇ ਵਿੱਚ ਹੈਗੇ ਆ, ਉਹ ਉਹਨਾਂ ਚੀਜ਼ਾਂ ਨੂੰ ਤਰਾਸ਼ ਰਹੇ ਆ ਆਪਣੀਆਂ ਨੂੰ। ਸੋ ਇਹ ਹੈ ਵੀ ਖੁਦ ਨੂੰ ਇਹ ਵਕਤ, ਇਹ ਲਾ ਲਓ ਵੀ ਲਾਈਫ ਦੇ ਵਿੱਚ ਇਹ ਤੁਹਾਨੂੰ ਇੱਕ ਐਸਾ ਸਮਾਂ ਮਿਲਿਆ ਜਿਹਦੇ ਵਿੱਚ ਤੁਸੀਂ ਆਪਣੇ ਬਾਹਰ ਤਾਂ ਅੱਗੇ ਬਹੁਤ ਐਕਸਪਲੋਰ ਆਪਾਂ ਕਰ ਲਈ ਦੁਨੀਆ, ਜਾਂ ਕਰਦੇ ਰਹਿੰਦੇ ਹਾਂ। ਇਹ ਟਾਈਮ ਆਪਣੇ ਆਪ ਨੂੰ ਮਿਲਣ ਦਾ, ਹੈ ਨਾ। ਸੋ ਸਾਈਕੋਲੋਜੀ ਦੇ ਰਿਗਾਰਡਿੰਗ ਤਾਂ ਮੈਂ ਆਹੀ ਕਹੂੰਗਾ ਵੀ ਆਪਣੇ ਆਪ ਦੇ ਅੰਦਰ ਜਾ ਕੇ ਇੱਕ ਵਾਰ ਦੇਖੋ, ਜਿਹੜੀਆਂ ਕੋਸ਼ਿਸ਼ ਕਰੋ ਵੀ ਇਹਨਾਂ ਦਿਨਾਂ ਦੇ ਵਿੱਚ ਤੁਸੀਂ ਆਪਣੇ ਅੰਦਰੋਂ ਉਹ ਕੁਆਲਿਟੀਜ਼ ਖੋਜ ਸਕੋ, ਜਾਂ ਜੋ ਕਮੀਆਂ ਸੀ ਉਹਨਾਂ ਨੂੰ ਉਹਨਾਂ 'ਤੇ ਵਰਕਆਊਟ ਕਰ ਸਕੋ। ਇਹ ਬਹੁਤ ਜ਼ਰੂਰੀ ਹੈ। ਸੋ ਇਹ ਪਰਮਾਤਮਾ ਮਿਹਰ ਕਰੇ ਜਲਦੀ ਇਸ ਚੀਜ਼ ਤੋਂ ਆਪਾਂ ਨੂੰ ਇਜਾਜ਼ਤ ਮਿਲ ਜਾਵੇ। ਬਟ ਜਿਹੜਾ ਇਹ ਸਮਾਂ, ਇਹ ਲਾਈਫ ਨੂੰ ਦੇਖੋ, 2 ਢੰਗ ਹੁੰਦੇ ਆ, ਹਾਫ ਗਲਾਸ ਐਮਟੀ, ਹਾਫ ਗਲਾਸ, ਹੈ ਨਾ, ਜਿਹਨੂੰ ਆਪਾਂ ਕਹਿੰਦੇ ਹਾਂ ਵੀ ਭਰਿਆ ਹੋਇਆ। ਸੋ ਇਸ ਚੀਜ਼ ਦਾ ਇਹ ਵੀ ਦੇਖਿਆ ਜਾਵੇ ਵੀ ਜ਼ਿੰਦਗੀ ਸਮਾਂ ਨਹੀਂ ਦਿੰਦੀ ਹੁੰਦੀ, ਕੁਛ ਪਤਾ ਨਹੀਂ ਹੁੰਦਾ। ਸੋ ਇਹ ਜਿਹੜਾ ਵਕਤ ਹੈ ਆਪਣੇ ਪਰਿਵਾਰ ਨਾਲ, ਆਪਣੇ ਬੱਚਿਆਂ ਨਾਲ, ਆਪਣੇ ਘਰਦਿਆਂ ਨਾਲ ਜਿੰਨਾ ਹੋ ਸਕੇ ਉਹ ਸਪੈਂਡ ਕਰੋ, ਹੈ ਨਾ। ਦੇਖੋ ਉਹ ਉਹਨਾਂ ਦੇ ਅੰਦਰ ਕੀ ਕੀ ਚੀਜ਼ਾਂ ਚੇਂਜ ਹੋਈਆਂ ਨੇ। ਖੁਦ ਨੂੰ ਵਕਤ ਦਿਓ ਆਪਣੇ ਅੰਦਰ। ਕਈ ਲੋਕ ਮੈਡੀਟੇਟ ਕਰਦੇ ਹੈ, ਪਾਠ ਕਰਦੇ ਹੈ, ਵਿਆਖਿਆ ਸਿੱਖਦੇ ਪਏ ਹੈ ਨਾ। ਸੋ ਇੱਕ ਉਹ ਸਮੇਂ ਹੈ ਵੀ ਜਦੋਂ ਅਸੀਂ ਇਹ ਨਾ ਸੋਚੀਏ ਕਿ ਜੇ ਅਸੀਂ ਇਕੱਲੇ ਬੈਠ ਗਏ, ਆਪਣੇ ਅੰਦਰ ਗਵਾਚ ਗਏ, ਤਾਂ ਦੁਨੀਆ ਸਾਡੇ ਤੋਂ ਅੱਗੇ ਲੰਘ ਜੂਗੀ। ਕਿਉਂਕਿ ਹੁਣ ਸਾਰੀ ਦੁਨੀਆ ਹੀ ਥਮੀ ਬੈਠੀ ਹੈ, ਅਤੇ ਬੈਸਟ ਟਾਈਮ ਹੈ ਆਪਣੇ ਆਪ ਨੂੰ, ਆਪਣੇ ਕੁਆਲਿਟੀਜ਼, ਆਪਣੀਆਂ ਪੋਟੈਂਸ਼ੀਅਲ ਨੂੰ ਐਕਸਪਲੋਰ ਕਰਨ ਦਾ, ਕੁਛ ਨਵਾਂ ਸਿੱਖਣ ਦਾ, ਤਾਂ ਕਿ ਜਦੋਂ ਤੁਸੀਂ ਘਰਾਂ 'ਚੋਂ ਬਾਹਰ ਨਿਕਲੋ, ਹੈ ਨਾ, ਇੱਕ ਨਵੇਂ ਆਪਣੇ ਆਪ ਨੂੰ ਮਹਿਸੂਸ ਕਰਕੇ, ਆਪਣੀਆਂ ਉਹਨਾਂ ਕਮੀਆਂ ਨੂੰ ਦੂਰ ਕਰਕੇ ਤੁਸੀਂ ਵਰਲਡ ਨੂੰ ਫੇਸ ਕਰੋ, ਅਤੇ ਜੱਗ ਵੀ ਕਹੇ ਵੀ ਯਾਰ ਤੂੰ ਬਦਲ ਗਿਆ। ਬਿਲਕੁਲ ਜੀ, ਬਿਲਕੁਲ ਤੁਹਾਡੀ ਗੱਲ ਨਾਲ ਪੂਰੇ ਸਹਿਮਤ ਹਾਂ ਵੀ ਜੇ ਇਨਸਾਨ ਨੇ ਵੀ ਬਹੁਤ ਖੈਰ ਕਹਿਰ ਢਾਇਆ, ਹੈ ਨਾ। ਵੀ ਪਿੱਛੇ ਜੇ ਅਸੀਂ ਇੱਕ ਪੋਸਟ ਵੀ ਸ਼ੇਅਰ ਕੀਤੀ ਸੀ ਵੀ ਜਿਹਦੇ ਵਿੱਚ ਪਿਛਲੇ 40 ਸਾਲਾਂ ਦੇ ਵਿੱਚ 65% ਸਪੀਸ਼ੀਜ਼ ਅਸੀਂ ਖ਼ਤਮ ਕਰਤੀਆਂ ਜੋ ਪਹਿਲਾਂ ਮੌਜੂਦ ਸੀਗੀਆਂ ਧਰਤੀ 'ਤੇ, ਸਿਰਫ 40 ਸਾਲਾਂ ਦੇ ਵਿੱਚ 65%। ਸੋ ਅਸੀਂ ਵੀ ਇਹ ਸੋਚਣਾ ਬੰਦ ਕਰਤਾ ਸੀ ਇਨਸਾਨ ਨੇ, ਕਿ ਉਹਨੂੰ ਇਹ ਲੱਗਦਾ ਸੀ, ਪਿੱਛੇ ਜੇ ਕਿਸੇ ਨਾਲ ਸਾਡੇ ਅਜ਼ੀਜ਼ ਮਿੱਤਰ, ਉਹਨਾਂ ਨਾਲ ਆਹੀ ਗੱਲ 'ਤੇ ਸਾਡੀ ਡਿਬੇਟ ਹੋਈ ਵੀ ਅਸੀਂ ਇਹ ਕਿਉਂ ਸੋਚਦੇ ਹਾਂ ਵੀ ਇਨਸਾਨ ਨੇ ਧਰਤੀ ਜਿਹੜੀ ਹੈ ਕੰਟਰੋਲ ਕੀਤੀ ਹੈ, ਜਦ ਕਿ ਸਾਰਿਆਂ ਨੂੰ ਹੀ ਬਿਨਾਂ ਬਾਰਡਰਸ ਤੋਂ ਬਖਸ਼ੀ ਸੀ ਰੱਬ ਨੇ। ਜਿੰਨਾ ਹੱਕ ਇੱਕ ਜੀਵ ਦਾ ਉਨਾ ਹੀ ਹੱਕ ਇਨਸਾਨ ਦਾ ਸੀ। ਇਹ ਨਹੀਂ ਸੀ ਵੀ ਇਹਨੂੰ ਪ੍ਰਧਾਨ ਬਣਾ ਕੇ ਭੇਜਤਾ ਸੀ ਧਰਤੀ ਦਾ, ਹੈ ਨਾ। ਸੋ ਅਸੀਂ ਡਿਸਾਈਡ ਕਰਦੇ ਹਾਂ ਵੀ ਇੰਨੇ ਐਲੀਫੈਂਟਸ ਨੂੰ ਮਾਰ ਦਿਓ, ਇੰਨੇ ਜਿਰਾਫਸ ਨੂੰ ਮਾਰ ਦਿਓ, ਇੰਨੇ ਕੈਮਲਸ ਮਾਰ ਦਿਓ। ਵੀ ਆਰ ਨੋ ਵਨ ਟੂ ਡਿਸਾਈਡ ਕਿਸੇ ਦੀ ਲਾਈਫ ਬਾਰੇ। ਇਹ ਵੀ ਚੀਜ਼ 'ਤੇ ਜਿਵੇਂ ਮੈਂ ਤੁਹਾਨੂੰ ਦੱਸਿਆ ਨਾ ਜੀ ਵੀ ਪੈਂਡੈਮਿਕਸ ਦਾ, ਜਿਵੇਂ ਉਦੋਂ ਤੁਹਾਨੂੰ ਦੱਸ ਰਿਹਾ ਸੀਗਾ, ਉਹ ਵੀਡੀਓ ਹਜੇ ਆਪਾਂ ਨਹੀਂ ਬਣਾ ਪਾਏ, ਟਾਈਮ ਨਹੀਂ ਲੱਗਿਆ। ਇਹ ਚੀਜ਼ ਦੇਖਿਓ 10,000 ਸਾਲ ਤੋਂ
ਉਦੋਂ ਵੀ ਮੈਂ ਜ਼ਿਕਰ ਕੀਤਾ ਸੀ ਇਹਨਾਂ ਬਾਰੇ ਵੀ ਕੀ ਹੋਏ ਆ ਪੈਂਡੈਮਿਕਸ। ਵੀ ਜੇ ਆਪਾਂ ਦੇਖੀਏ ਐਥਨਸ ਦੀ ਜਦੋਂ ਗ੍ਰੀਕਸ ਨਾਲ ਜਦੋਂ ਲੜਾਈ ਹੁੰਦੀ ਆ ਉੱਥੇ ਆਪਣਾ ਸਪਾਰਟਨਸ ਐਂਡ ਆਲ ਉਹਦਾ 'ਤੇ ਮੂਵੀਜ਼ ਵੀ ਬਣੀਆਂ ਹੈ ਨਾ, 300 ਕਈਆਂ ਨੇ ਤੁਹਾਡੇ 'ਚੋਂ ਦੇਖੀ ਹੋਣੀ ਆ। ਉਦੋਂ ਵੀ ਪੈਂਡੈਮਿਕ ਆਇਆ ਸੀ। ਫਿਰ ਜਦੋਂ ਆਪਾਂ ਦੇਖਦੇ ਹਾਂ ਹਿਸਟਰੀਜ਼ ਦੇ ਵਿੱਚ ਵੀ, ਈਵਨ ਧਾਰਮਿਕ ਗ੍ਰੰਥਾਂ ਦੇ ਵਿੱਚ ਵੀ ਦੱਸਿਆ ਜਾਂਦਾ ਜਦੋਂ ਮੂਸਾ ਜਿਹੜੇ ਹੋਏ ਆ, ਹਜ਼ਰਤ ਮੂਸਾ, ਅਤੇ ਉਹ ਫਿਰੌਨ ਨੂੰ ਜਦੋਂ ਹੈ ਨਾ, ਉਹ ਉਸ ਟਾਈਮ ਵੀ ਆਇਆ। ਫਿਰ ਦ ਗ੍ਰੇਟ ਪਲੇਗ ਕਹਿ ਲਓ, ਦ ਬਲੈਕ ਡੈਥ ਹੈ ਨਾ, ਅਤੇ ਆਪਣਾ ਸਵਾਈਨ ਫਲੂ ਹੋ ਗਿਆ, ਐਬੋਲਾ, ਇਹ ਵੀ ਇਹਦੀ ਵੀ ਇੱਕ ਟਾਈਪ ਸੀਗੀ। ਬਟ ਇਹ ਵੀ ਇਹਨਾਂ ਨੇ ਆ ਕੇ ਬੜੇ ਤਖਤੇ ਪਲਟੇ, ਬਹੁਤ ਕੁਛ ਇਹਨਾਂ ਨੇ ਕੀਤਾ। ਰੋਮਨਸ ਬਹੁਤ ਬ੍ਰਿਲੀਅੰਟ ਬ੍ਰੇਨ ਹੁੰਦੇ ਸੀ, ਉਹ ਇੰਨੇ ਪਰਫੈਕਟਲੀ ਉਹਨਾਂ ਨੇ ਆਪਣਾ ਸਾਰਾ ਕੁਛ ਪਲਾਨ ਕੀਤਾ ਸੀ। ਰੋਮਨਸ ਨੂੰ ਵੀ ਜਿਹੜਾ ਢਾਹ ਲਾਈ ਸੀ ਉਹ ਪੈਂਡੈਮਿਕ ਨਹੀਂ ਲਾਈ ਸੀਗੀ, ਜਦ ਕਿ ਉਹ ਆਪਣੇ ਆਪ ਨੂੰ ਇਹ ਕਹਿੰਦੇ ਸੀ ਵੀ ਉਹ ਹਰ ਚੀਜ਼ ਲਈ ਵੈਲ ਪ੍ਰੀਪੇਅਰਡ ਨੇ। ਅਤੇ ਹੁਣ ਇੱਕ ਜਿਹੜੀ ਥਿਊਰੀ ਆ ਰਹੀ ਹੈ, ਉਹਦੇ 'ਤੇ ਇੱਕ ਪੇਜ ਹੈ ਐਨੋਮਲੀ ਕਰਕੇ, ਉਸ ਮੁੰਡੇ ਦੀ ਬਹੁਤ ਵਧੀਆ ਰਿਸਰਚ ਹੈ ਵੀ ਕੀ ਇਹ ਮੈਨ ਮੇਡ ਹੈ। ਮੈਨ ਮੇਡ ਮੀਨਸ ਕਿ ਵਾਇਰਸਿਸ ਨੂੰ ਜਿਹੜਾ ਹੈਗਾ ਆਲਟਰ ਕਰਕੇ ਇਹਨਾਂ ਦੇ ਪੇਟੈਂਟਸ ਵੀ ਫੋਰਨ ਕੰਟਰੀਜ਼ ਦੇ ਵਿੱਚ ਬੈਕਟੀਰੀਆ ਅਤੇ ਵਾਇਰਸ ਦੇ ਲੋਕ ਲੈਂਦੇ ਆ ਜੇ ਉਹ ਇਹਨਾਂ ਨੂੰ ਆਲਟਰ ਕਰਦੇ ਆ। ਅਤੇ ਬੜੇ ਹੈਰਾਨ ਹੋਵੋਗੇ ਤੁਸੀਂ ਜੇ ਤੁਹਾਨੂੰ ਜਿਨ੍ਹਾਂ ਨੇ ਤੁਹਾਡੇ 'ਚੋਂ ਸਟੱਡੀ ਕੀਤੀ ਹੋਊਗੀ, ਵੁਹਾਨ ਦੇ ਵਿੱਚ ਦੁਨੀਆ ਦੀ, ਏਸ਼ੀਆ ਦੀ ਸਭ ਤੋਂ ਵੱਡੀ ਲੈਬ ਹੈ ਜਿੱਥੇ ਵਾਇਰਸਿਸ ਸਟੋਰ ਕਰਕੇ ਰੱਖੇ ਜਾਂਦੇ ਆ। ਵੁਹਾਨ ਦੇ ਵਿੱਚ 1500 ਤੋਂ ਵੱਧ ਵਾਇਰਸਿਸ ਹੈ ਜਿਹੜੇ ਉਹ ਵੁਹਾਨ ਦੇ ਵਿੱਚ ਉਸ ਲੈਬ ਦੇ ਵਿੱਚ ਸਟੋਰ ਕੀਤੇ ਆ ਉਹਨਾਂ ਨੇ। ਓਪਨ ਹੈ, ਤੁਸੀਂ ਗੂਗਲ 'ਤੇ ਦੇਖ ਸਕਦੇ ਹੋ, ਇਹ ਨਿਊਜ਼ ਵੀ ਆਈ ਸੀ। ਅਤੇ ਫਿਰ ਇੱਕ ਬੜੀ ਅਜੀਬ ਚੀਜ਼ ਹੁੰਦੀ ਹੈ ਵੀ ਜੇ ਤੁਸੀਂ ਸੁਣਦੇ ਹੋ, ਉਹ ਮੁੰਡੇ ਦੀ ਬਹੁਤ ਵਧੀਆ ਰਿਸਰਚ ਹੈ ਇਸ ਚੀਜ਼ ਬਾਰੇ ਵੀ ਬਿਲ ਗੇਟਸ ਨੇ ਇਹ ਚੀਜ਼ ਕੁਛ ਸਾਲ ਪਹਿਲਾਂ ਹੀ ਦੱਸਦੀ ਸੀ ਆਪਣੀ ਸਪੀਚ ਦੇ ਵਿੱਚ ਵੀ ਹੁਣ ਜਿਹੜੀ ਵਾਰ ਹੋਊਗੀ ਉਹਦੇ ਵਿੱਚ ਉਹ ਕਹਿੰਦਾ ਬਿਲ ਗੇਟਸ ਦੀ ਜੋ ਹੈ, ਇਹ ਮੇਰੇ ਵੱਲੋਂ ਕੁਛ ਨਹੀਂ ਹੈ, ਪਹਿਲਾਂ ਦੱਸਦਾ ਜੋ ਬਿਲ ਗੇਟਸ ਦਾ ਹੈ, ਉਹਨੇ ਇਹ ਚੀਜ਼ ਪਹਿਲਾਂ ਦੱਸਦੀ ਸੀ ਵੀ ਹੁਣ ਜਿਹੜੀ ਵਾਰ ਹੋਊਗੀ ਉਹ ਇਹ ਨਹੀਂ ਹੋਊ ਕਿਸੇ ਮਿਜ਼ਾਈਲ ਨਾਲ ਹੋਊਗੀ ਜਾਂ ਕੋਈ ਉਹਦੇ ਵਿੱਚ ਐਕਸ਼ਨ ਦੇਖਣ ਨੂੰ ਨਹੀਂ ਮਿਲੂਗਾ। ਉਹ ਕਹਿੰਦਾ ਵੀ ਉਹ ਇੱਕ ਬਾਇਓ ਵਾਰ ਹੋਊਗੀ, ਹੈ ਨਾ, ਵੀ ਕਿਸੇ ਤਰ੍ਹਾਂ ਦਾ ਉਹ ਦੋ ਚੀਜ਼ਾਂ ਮੈਨਸ਼ਨ ਕਰਦਾ। ਬਟ ਸੈਕਿੰਡ ਵਾਲੀ ਜ਼ਿਆਦਾ ਘੋਟ ਕੇ ਆਹੀ ਕਹਿੰਦੇ ਵੀ ਰੈਸਪੀਰੇਟਰੀ ਕੋਈ ਵਾਇਰਸ ਹੋ ਸਕਦਾ ਹੈ, ਇੰਝ ਕਰਕੇ ਉਹਨੇ ਗੱਲ ਕੀਤੀ ਸੀ। ਅਤੇ ਫਿਰ ਉਹ ਮੁੰਡੇ ਦੀ ਰਿਸਰਚ ਉਹਦੀ ਇਹਦੇ 'ਤੇ ਵੀ ਹੈ ਵੀ ਕਈ ਬਾਈ ਚਾਂਸਿਸ ਜਿਹੜੇ ਆ ਉਹ ਨਹੀਂ ਹੁੰਦੇ, ਹੈ ਨਾ। ਫਿਰ ਜਿਹੜੇ ਬੰਦੇ ਅਮਰੀਕਾ ਦੇ ਵਿੱਚ, ਤੁਸੀਂ ਉਹ ਵੀ ਤੁਹਾਡੇ 'ਚੋਂ ਜਿਹੜੇ ਅਮੈਰੀਕਨਸ ਆ ਉਹਨਾਂ ਨੇ ਇਹ ਦੇਖੀ ਹੋਣੀ ਆ ਵੀ ਉੱਥੇ ਖਬਰ ਆਈ ਹੈ ਵੀ ਇੱਕ ਹਾਰਵਰਡ ਦੇ ਪ੍ਰੋਫੈਸਰ ਨੂੰ ਹੈ ਨਾ ਖਰੀਦਿਆ ਗਿਆ ਸੀ ਚਾਈਨੀਜ਼ ਵੱਲੋਂ, ਅਤੇ ਉਹ ਅਰੈਸਟ ਵੀ ਹੋਏ। ਉਹਦੇ 'ਤੇ ਸਾਰਾ ਚੱਲਦਾ ਵੀ ਪਿਆ ਵੀ ਉਹਨੂੰ ਉਹਨਾਂ ਨੇ ਕਾਫੀ ਪੈਸਾ ਦਿੱਤਾ ਸੀ ਵੀ ਤੂੰ ਇਹ ਚੀਜ਼ ਨੂੰ ਤਿਆਰ ਕਰ, ਹੈ ਨਾ। ਅਤੇ ਦੈਨ ਇਹ ਹੈ ਵੀ ਇੱਕ ਹੋਰ ਬੰਦੇ ਨੇ ਬੜੀ ਵਧੀਆ ਰਿਸਰਚ ਕੀਤੀ ਹੈ ਵੀ ਕਿਵੇਂ ਵੁਹਾਨ ਦੇ ਵਿੱਚ ਇਸ ਚੀਜ਼ ਨੂੰ ਕਾਬੂ ਕੀਤਾ, ਜਦ ਕਿ ਕਿੰਨੀਆਂ ਟ੍ਰੇਨਸ ਉੱਥੋਂ ਜਾਂਦੀਆਂ, ਕਿੰਨੀਆਂ ਲੋਕਲ ਫਲਾਈਟਸ ਆਲ ਓਵਰ ਦਾ ਕੰਟਰੀ ਉਹਨਾਂ ਦੇ ਵਿੱਚ ਹੀ ਜਾਂਦੀਆਂ ਨੇ, ਹੈ ਨਾ। ਬਟ ਫਿਰ ਵੀ ਉਹਨਾਂ ਨੇ ਕਿਵੇਂ ਇੱਕ ਸ਼ਹਿਰ ਤੱਕ ਇਸ ਨੂੰ ਕਰਬ ਕਰਕੇ ਰੱਖਿਆ। ਅੱਜ ਉੱਥੇ ਦੇ ਲੋਕ ਸੜਕਾਂ 'ਤੇ ਆ, ਹੁਣ ਪਿੱਛੇ ਜੇ ਇੱਕ ਫੋਟੋ ਵਾਇਰਲ ਹੋਈ ਸੀ ਵੀ ਇੱਕ ਪਾਰਕ ਦੇ ਵਿੱਚ ਉੱਥੇ 20,000 ਬੰਦਾ ਇਕੱਠਾ ਹੋਇਆ, ਵੀ ਉਹਨਾਂ ਨੇ ਇੰਨੀ ਜਲਦੀ ਕਿਵੇਂ ਇਹ ਚੀਜ਼ ਕਰਬ ਕਰ ਲਈ, ਕੀ ਰੀਜ਼ਨ ਸੀ, ਹੈ ਨਾ। ਵੀ ਉਹਨਾਂ ਦੇ ਸਟਾਰਟ ਹੁੰਦਾ, ਖ਼ਤਮ ਹੋ ਜਾਂਦਾ, ਦੁਨੀਆ ਸਾਰੀ 'ਚ ਫੈਲ ਜਾਂਦਾ, ਐਂਡ ਦੂਜੇ ਕੰਟਰੀਜ਼ ਕਈ ਮਿਲੀਅਨ ਡਾਲਰਸ ਸਿਰਫ ਉਹਨਾਂ ਤੋਂ ਪੈਟਰਨ ਪੁੱਛਦੇ ਆ ਵੀ ਇੱਕ ਨੋਰਮਲ ਵਾਇਰਲ ਦੀ ਮੈਡੀਸਨ ਦਾ ਪੈਟਰਨ ਦੱਸ ਦਿਓ ਜੀ। ਉਹ ਪੈਟਰਨ ਵੀ ਉਹ ਲੋਕ ਜਿਹੜੇ ਆ ਕਈ 100 ਮਿਲੀਅਨ ਡਾਲਰ 'ਚ ਬਾਕੀਆਂ ਨੂੰ ਦੇ ਰਹੇ ਆ, ਹੈ ਨਾ। ਜਿਹੜੀਆਂ ਬਹੁਤ ਵੱਡੇ ਕੰਪਨੀ ਸੀਗੀਆਂ ਉਹਨਾਂ ਨੇ ਸਸਤੇ ਰੇਟ 'ਚ ਅਮਰੀਕਾ 'ਚ ਖਰੀਦ ਲਈਆਂ। ਫਿਰ ਕੀ ਰੀਜ਼ਨ ਸੀ ਵੀ 1500 CEOs ਦੁਨੀਆ ਦੀਆਂ ਸਭ ਤੋਂ ਚੋਟੀ ਦੀਆਂ ਕੰਪਨੀਆਂ ਦੇ ਰਿਟਾਇਰ ਹੁੰਦੇ ਆ, ਹੈ ਨਾ, ਪ੍ਰੀਮੈਚਿਓਰ ਰਿਟਾਇਰਮੈਂਟ ਲੈਂਦੇ ਆ। ਤੁਸੀਂ ਆਹ ਦੇਖ ਲਿਓ, ਬਿਲ ਗੇਟਸ ਨੇ ਵੀ ਪ੍ਰੀਮੈਚਿਓਰ ਰਿਟਾਇਰਮੈਂਟ ਲਈ, ਹੈ ਨਾ। ਹੁਣ ਇਹਨੂੰ ਕੋਇਨਸੀਡੈਂਸ ਕਹਿ ਲਓ, ਆਪਣੇ ਰਤਨ ਟਾਟਾ ਜੀ ਨੇ ਵੀ ਪ੍ਰੀਮੈਚਿਓਰ ਰਿਟਾਇਰਮੈਂਟ ਲਈ। ਸੋ ਇਹ ਕੁਐਸਚਨਸ ਨੇ ਜੋ ਕੁਛ ਰਿਸਰਚਰ, ਕੁਛ ਬ੍ਰਿਲੀਅੰਟ ਬ੍ਰੇਨਸ ਹੈ ਜੋ ਉਹ ਆਪਣਾ ਹਰ ਕੋਈ ਬ੍ਰੇਨ ਲਾ ਰਿਹਾ। ਸੋ ਆਹ ਜਿਹੜੀਆਂ ਹੁਣ ਪਿਛਲੇ 5 ਮਿੰਟ 'ਚ ਮੈਂ ਗੱਲਾਂ ਕੀਤੀਆਂ 'ਚ ਕੋਈ ਵੀ ਮੇਰੀ ਨਹੀਂ ਹੈ, ਇਹ ਉਹਨਾਂ ਰਿਸਰਚਰਸ ਦੀ ਰਿਸਰਚ ਹੈ ਜਿਹੜੇ ਇਸ ਚੀਜ਼ ਨੂੰ ਇਹ ਕਹਿ ਰਹੇ ਵੀ ਇੰਨੇ ਬਾਈ ਚਾਂਸ ਕਿਵੇਂ ਹੋ ਜਾਣਗੇ, ਹੈ ਨਾ। ਇਟਲੀ ਦੇ ਵਿੱਚ ਕਿਵੇਂ ਇਹ ਚੀਜ਼ ਫੈਲੀ ਉਹ ਤੋਂ ਤੁਸੀਂ ਸਾਰੇ ਵਾਕਫ ਹੋ,
ਕੀ ਰੀਜ਼ਨ ਸੀ ਵੀ 2 ਚਾਈਨੀਜ਼ ਪਹਿਲਾਂ ਅਰੈਸਟ ਹੁੰਦੇ ਆ ਅਮਰੀਕਾ ਦੇ ਏਅਰਪੋਰਟ 'ਤੇ, ਉਸ ਤੋਂ ਬਾਅਦ ਉਹ ਹਾਰਵਰਡ ਵਾਲਾ ਪ੍ਰੋਫੈਸਰ ਹੈ ਜਿਹੜਾ ਉਹ ਫੜਿਆ ਜਾਂਦਾ ਹੈ ਨਾ। ਦੈਨ ਵੁਹਾਨ, ਉੱਥੋਂ ਹੀ ਇਹ ਚੀਜ਼ ਕਿਉਂ ਆਈ, ਬਾਈ ਚਾਂਸ ਕਹਿ ਸਕਦੇ ਹੋ ਤੁਸੀਂ, ਹੈ ਨਾ। ਬਟ ਉਹ ਰਿਸਰਚਰ ਨੇ ਇਹ ਗੱਲ, ਅਨੋਪਲੀ ਨਾਮ ਦਾ ਉਹਦਾ ਪੇਜ ਹੈ ਮੁੰਡੇ ਦਾ, ਬਹੁਤ ਵਧੀਆ ਗੋਰਾ ਹੈ ਉਹ, ਅਤੇ ਉਹ ਕਹਿੰਦਾ ਵੀ ਕੀ ਰੀਜ਼ਨ ਸੀ ਵੀ 1500 ਵਾਇਰਸਿਸ ਹੈ ਜਿਹੜੇ ਇਹਨਾਂ ਨੇ ਉਸ ਲੈਬ ਦੇ ਵਿੱਚ, ਜਿਹੜੇ ਵਰਲਡ ਨੂੰ ਡਿਕਲੇਅਰ ਕੀਤਾ ਵੀ ਇੰਨੇ ਸਾਡੇ ਕੋਲ ਹੈਗੇ ਆ। ਫਿਰ 2 ਸਾਲ ਕੁਛ ਕੰਟਰੀਜ਼ ਨੇ ਓਪਨ ਕੀਤਾ ਵੀ ਤੁਸੀਂ ਪੇਟੈਂਟ ਲੈ ਸਕਦੇ ਹੋ ਜੇ ਕੋਈ ਵਾਇਰਸ ਨੂੰ, ਤੁਸੀਂ ਮੈਨ ਮੇਡ ਵਾਇਰਸ ਕੋਈ ਨਹੀਂ ਹੁੰਦਾ, ਆਲਟਰਡ ਵਾਇਰਸਿਸ ਹੋ ਜਾਂਦੇ ਆ ਜਾਂ ਜਿਨ੍ਹਾਂ ਨੂੰ ਮਿਊਟੇਸ਼ਨ ਜਿਨ੍ਹਾਂ ਦੀ ਕੀਤੀ ਜਾਵੇ, ਸਲਾਈਟਲੀ ਜਿਨ੍ਹਾਂ ਨੂੰ ਚੇਂਜ ਕੀਤਾ ਜਾਵੇ। ਲੀਥਲ ਵਾਇਰਸਿਸ ਨੂੰ ਪੇਟੈਂਟ ਡਿਵੈਲਪਡ ਨੇਸ਼ਨਸ ਨੇ ਦੇਣੇ ਸ਼ੁਰੂ ਕਰਤੇ ਵੀ ਤੁਸੀਂ ਇਹਦੇ 'ਤੇ ਆਪਣਾ ਟੈਗ ਲਾ ਸਕਦੇ ਹੋ। ਹੋਰ ਵੀ ਰਿਸਰਚ ਆਈ ਹੈ ਵੀ ਬੜੀ ਹੈਰਾਨੀ ਦੀ ਗੱਲ ਹੈ ਵੀ ਮਿਲਿੰਡਾ ਗੇਟਸ ਜਿਹੜੇ ਹੋਏ ਆ, ਬਿਲ ਗੇਟਸ ਦੇ ਮਿਸਿਸ, ਇਹ ਵੀ ਕਿਹਾ ਜਾ ਰਿਹਾ ਕਿ ਕਰੋਨਾ ਨਾਮ ਕਿੱਥੋਂ ਆਇਆ ਕੋਵਿਡ-19 ਦਾ, ਹੈ ਨਾ। ਉਹਦੇ ਵਿੱਚ ਇਹ ਹੈ, ਉਹ ਕਹਿੰਦੇ ਵੀ ਇਹਦਾ ਪਤਾ ਕੀਤਾ ਜਾਵੇ ਵੀ ਉਹਦਾ ਕਰੋਨਾ ਦਾ, ਜੇ ਤੁਸੀਂ ਸਰਚ ਕਰੋਗੇ ਪੇਟੈਂਟਸ ਦਾ ਜਿਨ੍ਹਾਂ ਨੂੰ ਨੌਲੇਜ ਹੈ, ਤੁਸੀਂ ਦੇਖ ਕੇ ਹੈਰਾਨ ਹੋ ਜਾਓਗੇ ਵੀ ਕਰੋਨਾ ਨਾਮ ਜਿਹੜਾ ਇਹਦਾ ਵਰਲਡ ਵਾਈਡ ਫੈਲਿਆ ਉਹ ਕਿਹਦੇ ਨਾਮ 'ਤੇ ਪੇਟੈਂਟ ਹੈ ਨਾ। ਸੋ ਕਈ ਜਿਹੜੇ ਥਿਊਰਿਸਟ ਹੁੰਦੇ ਜਾਂ ਬ੍ਰਿਲੀਅੰਟ ਬ੍ਰੇਨਸ ਹੁੰਦੇ ਉਹ ਆਪਣਾ ਦਿਮਾਗ ਲਾਉਂਦੇ ਆ, ਅਤੇ ਬਟ ਇਹ ਹੈ ਵੀ ਹੋਪ ਸੋ ਕਿ ਇਹ ਇੰਨੀ ਘਟੀਆ ਹਰਕਤ ਨਾ ਹੋਵੇ ਕਿਸੇ ਦੀ। ਇਹ ਜਿਵੇਂ ਕਿ ਮੈਨ ਮੇਡ ਕੁਛ ਨਹੀਂ ਹੁੰਦਾ, ਹਾਂ ਆਲਟਰਡ ਐਂਡ ਉਹਦੇ 'ਚ ਮਿਊਟੇਸ਼ਨ ਜਿਹੜੀ ਆ ਹੋ ਜਾਂਦੀ ਹੈ। ਬਟ ਉਹਨਾਂ ਰਿਸਰਚਰਸ ਦਾ ਇਹ ਕਹਿਣਾ ਕਿ ਬਾਈ ਚਾਂਸ ਇੰਨੇ ਕਿਵੇਂ ਹੋ ਗਏ ਵੀ, ਪਹਿਲੀ ਗੱਲ ਵੁਹਾਨ ਜਿੱਥੇ ਉਹ ਲੈਬ ਸੀ, 1500 ਤੋਂ ਜ਼ਿਆਦਾ ਵਾਇਰਸਿਸ ਉੱਥੇ ਸਟੋਰਡ ਨੇ ਉਹ। ਦੂਜਾ, ਉਹ ਇੱਕ ਬਹੁਤ ਆਬਾਦੀ ਵਾਲਾ ਹੈਗਾ ਐਂਡ ਉੱਥੇ ਬੜੀਆਂ ਟ੍ਰੇਨਸ ਜਾਂਦੀਆਂ ਨੇ, ਆਵਾਜਾਈ ਬਹੁਤ ਹੈ, ਜਿਹੜੇ ਲੋਕ ਸ਼ਹਿਰ ਟੱਪ ਕੇ ਜਾਂਦੇ ਆ, ਉੱਥੋਂ ਏਅਰਪੋਰਟ ਹੈ ਜਿਹੜੇ ਵਿਦਿਨ ਦਾ ਉਹਨਾਂ ਦੇ ਕੰਟਰੀ ਬੜੀਆਂ ਫਲਾਈਟਸ ਜਾਂਦੀਆਂ ਨੇ। ਇਸ ਚੀਜ਼ ਨੂੰ ਕਰਬ ਕਿਵੇਂ ਕੀਤਾ ਗਿਆ, ਉਹਨਾਂ ਨੇ ਕਿਵੇਂ ਕੀਤਾ, ਇਹ ਕੋਈ ਨਹੀਂ ਜਾਣਦਾ, ਠੀਕ ਹੈ। ਦੈਨ ਉਸ ਤੋਂ ਬਾਅਦ ਉਹ ਲੋਕ ਜਿਹੜੇ ਅਮਰੀਕਾ ਦੇ ਏਅਰਪੋਰਟ 'ਤੇ 2 ਜਾਣੇ ਅਰੈਸਟ ਹੁੰਦੇ ਆ। ਦੈਨ ਹਾਰਵਰਡ ਵਾਲਾ ਨਿਕਲਿਆ ਆਉਂਦਾ ਹੈ ਨਾ। ਅਤੇ ਦੈਨ ਇਹ ਕਿਉਂ ਅਲਾਓ ਕਰਦੀਆਂ ਗਵਰਨਮੈਂਟ ਲੀਥਲ ਵਾਇਰਸਿਸ ਦੇ ਪੇਟੈਂਟ ਦੇਣੇ, ਕਿਉਂ ਅਲਾਓ ਕਰਦੀਆਂ ਨੇ, ਇਹ ਆਪਣੇ ਆਪ 'ਚ ਇੱਕ ਕੁਐਸਚਨ ਹੈ ਨਾ। ਅਤੇ ਬਿਲ ਗੇਟਸ ਨੂੰ ਇਹੀ ਚੀਜ਼, ਕੋਈ ਅੰਤਰਯਾਮੀ ਨਹੀਂ, ਬਿਜ਼ਨਸਮੈਨ ਹੈ, ਹੀ ਇਜ਼ ਅ ਬ੍ਰਿਲੀਅੰਟ ਬ੍ਰੇਨ, ਉਹ ਟੈਕਨੋਲੋਜੀ ਦਾ ਮਾਹਿਰ ਹੈ। ਬਟ ਉਹਨੇ ਇਹ ਗੱਲ ਕਿਉਂ ਕਹੀ ਕਿ ਇਹ ਵੀ ਕਈ ਲੋਕ ਪੁੱਛਦੇ ਪਏ ਆ ਵੀ ਉਹਨੇ ਇਹ ਗੱਲ ਕਿਉਂ ਕਹੀ ਕਿ ਦੱਸਿਆ ਜਾਵੇ ਵੀ ਇੰਨਾ ਕੁ ਡਾਇਰੈਕਟ ਕੋਈ ਕਿਵੇਂ ਹੋ ਸਕਦਾ, ਉਹ ਬ੍ਰਹਮ ਗਿਆਨੀ ਨਹੀਂ ਹੈ, ਜਿਵੇਂ ਫਿਰ ਕਹਿਣਾ ਇੱਕ ਬਿਜ਼ਨਸਮੈਨ ਬੰਦਾ, ਬ੍ਰਿਲੀਅੰਟ ਬੰਦਾ, ਵੀ ਉਹਨੇ ਇਹ ਕਿਉਂ ਕਿਹਾ ਵੀ ਸਾਨੂੰ ਆਉਣ ਵਾਲੇ ਟਾਈਮ 'ਚ ਇਸ ਚੀਜ਼ ਤੋਂ ਖਤਰਾ ਹੈ, ਐਂਡ ਬਿਲਕੁਲ ਐਕੂਰੇਟ ਕਿਉਂ ਕਿਹਾ, ਹੈ ਨਾ, ਵੀ ਰੈਸਪੀਰੇਟਰੀ ਕਰਕੇ ਆਏ ਇਹ ਜੀ ਜਿਹੜੀ ਹੈ ਉਹਦੇ ਚਾਂਸਸ ਬਹੁਤ ਜ਼ਿਆਦਾ ਹੈਗੇ ਆ। ਫਿਰ ਤਕਰੀਬਨ 1500 ਦੇ ਕਰੀਬ ਹੀ CEOs ਜਿਹੜੇ ਸਭ ਤੋਂ ਵੱਡੀਆਂ ਕੰਪਨੀਜ਼ ਦੇ, ਉਹ ਇੱਕੋ ਦਮ ਛੱਡਦੇ ਆ। ਉਹ ਕਿਉਂ ਵਜ੍ਹਾ ਹੋਈ? ਸਭ ਤੋਂ ਪਹਿਲਾਂ ਇਸ ਚੀਜ਼ ਨੂੰ, ਜਿਵੇਂ ਆਪਣੇ ਕੰਟਰੀਜ਼ ਹੁੰਦੇ ਆ ਨਾ, ਜਿਵੇਂ ਮਿਡਲ ਈਸਟਰਨ ਕੰਟਰੀਜ਼, ਇਹ ਉੱਥੇ ਇਹ ਚੀਜ਼ ਆਉਂਦੀ ਹੈ ਅਤੇ ਉਹ ਲੋਕ ਰੌਲਾ ਪਾਉਂਦੇ ਆ। ਉਸ ਤੋਂ ਬਾਅਦ ਹੌਲੀ ਹੌਲੀ ਜਿਹੜਾ, ਜਿਵੇਂ ਪੂਰਾ ਇਸ ਚੀਜ਼ ਬਾਰੇ ਸਟੱਡੀ ਕਰੋ ਯਾਰ, ਤੁਹਾਡੇ ਬਹੁਤ, ਤੁਸੀਂ ਤੁਹਾਡੇ 'ਚੋਂ ਕਈਆਂ ਨੇ ਕੀਤੀ ਹੋਣੀ ਆ, ਬੜੀ ਇਹਦੀ ਇੱਕ ਇੰਟਰਸਟਿੰਗ, ਅੱਜ ਦਾ ਨਹੀਂ ਹੈ ਜੇ ਤੁਸੀਂ ਕਹੋ ਕੋਵਿਡ-19 ਅੱਜ ਹੀ ਜੰਮਿਆ ਜਾਂ ਅੱਜ ਹੀ ਫੈਲ ਗਿਆ, ਨਹੀਂ, ਇਹ ਕਿਵੇਂ ਇਹ ਚੀਜ਼ ਪਹਿਲਾਂ ਮਿਡਲ ਈਸਟ 'ਚ ਆਉਂਦੀ ਹੈ, ਉੱਥੇ ਕਿਵੇਂ ਕਰਬ ਹੁੰਦੀ ਹੈ, ਫਿਰ ਉਸ ਤੋਂ ਬਾਅਦ ਕਿਵੇਂ ਇਹਦੇ 'ਤੇ ਰਿਸਰਚ ਹੁੰਦੀ ਹੈ, ਇਹਦਾ ਨਾਮ ਕਰੋਨਾ ਕਿਉਂ ਪੈਂਦਾ ਹੈ, ਉਹਦਾ ਪੇਟੈਂਟ ਕਿਹਨੇ ਲਿਆ, ਹੈ ਨਾ। ਵੁਹਾਨ 'ਚ ਇਹ ਚੀਜ਼ ਕਿਉਂ ਆਉਂਦੀ ਹੈ, ਉੱਥੇ ਹੀ ਉਹ ਲੈਬ ਕਿਉਂ ਸੀਗੀ, ਕਿਉਂ ਉਹ ਲੋਕ ਉੱਥੇ ਅਰੈਸਟ ਹੁੰਦੇ ਆ। ਸੋ ਆਪਾਂ ਇਹ ਨਹੀਂ ਕਹਿੰਦੇ ਕਿ ਇਹ ਸੱਚਾਈ ਹੈ, ਨਹੀਂ, ਰੱਬ ਕਰੇ ਇਹ ਸੱਚਾਈ ਨਾ ਹੋਵੇ, ਬਟ ਸੋਚਣਾ ਜ਼ਰੂਰ ਬਣਦਾ ਵੀ ਉਸ ਚੀਜ਼ ਦਾ ਉਹਨਾਂ ਨੇ ਕਰਬ ਕਰਕੇ ਅੱਜ ਸਾਰੀ ਦੁਨੀਆ ਤੋਂ ਉਹ ਲੋਕ ਫਾਇਦਾ ਲੈ ਰਹੇ ਹੈ ਅਤੇ ਸਾਰੀ ਦੁਨੀਆ ਦੀਆਂ ਇਕੋਨਮੀਜ਼ ਹਿਲਾ ਕੇ ਰੱਖਦੀਆਂ, ਆਪਣੇ ਆਪ 'ਤੇ ਉਹ ਡਿਪੈਂਡੈਂਟ ਕਰਤੇ ਹੈ ਨਾ। ਸਿਰਫ ਉਹ ਪੈਟਰਨ ਦੱਸਣ ਦੇ ਵੀ ਇੰਨੇ $ਮਿਲੀਅਨ ਜਿੰਨੀਆਂ ਕੰਪਨੀਜ਼ ਦੇ ਰੇਟ ਡਿੱਗੇ ਉਹ ਵੀ ਖਰੀਦ ਲੈਂਦੇ ਨੇ, ਹੈ ਨਾ। ਹੁਣ ਰੀਸੈਂਟਲੀ ਜਿਹੜਾ ਸਮਾਨ ਉਹਨਾਂ ਨੇ ਕਾਫੀ ਜ਼ਿਆਦਾ ਵੇਚਿਆ, ਉਹ ਸਾਰਾ ਖਰਾਬ ਨਿਕਲ ਗਿਆ, ਉਹ ਸਾਰਾ। ਸੋ ਇਹ ਹੈ ਵੀ ਹਰ ਬੰਦਾ ਇਹਦੇ ਵਿੱਚ ਸੋਚਦਾ, ਹਿਊਮਨ ਮਾਈਂਡ ਦੀ ਆਹੀ ਇੱਕ ਖਾਸੀਅਤ ਹੈ ਵੀ ਉਹ ਬ੍ਰਿਲੀਅੰਟ ਬ੍ਰੇਨ ਹੈ ਜਿਹੜਾ, ਉਹ ਇੱਕ ਪਾਸੇ ਨਹੀਂ, ਉਹ ਬੋਥ ਸਾਈਡਸ 'ਤੇ ਸੋਚ ਕੇ ਚੱਲਦਾ ਵੀ ਜੇ ਨੈਚੁਰਲ ਪੈਂਡੈਮਿਕ ਵੀ ਹੈ ਫਿਰ ਕਿਉਂ ਹੈ, ਕਿਵੇਂ ਹੈ, ਇਹਦਾ ਹੱਲ ਕੀ ਹੋ, ਅਤੇ ਜੇ ਇਹ ਮੈਨ ਮੇਡ ਹੈ
ਹੈ ਨਾ, ਮਿਊਟੇਸ਼ਨ ਨਾਲ ਹੈ, ਆਲਟਰਡ ਹੈ, ਤਾਂ ਇਹ ਕਿਉਂ ਹੈ ਨਾ। ਬਾਕੀ ਇਹੀ ਹੈ ਵੀ ਅਸੀਂ ਆਪਣੇ ਜਿਹੜਾ ਕਹਿ ਲਓ ਵੀ ਇੰਨਾ ਕੁ ਰੱਖੀਏ ਕਿ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਚਲੋ ਇਹ ਤਾਂ ਥਿੰਕ ਟੈਂਕਸ ਜਿਹੜੇ ਹੈਗੇ ਆ, ਬ੍ਰਿਲੀਅੰਟ ਬ੍ਰੇਨਸ ਹੈ, ਏਜੰਸੀਜ਼ ਹੈ, ਇਹ ਉਹਨਾਂ ਦਾ ਕੰਮ ਹੈ ਨਾ। ਬਟ ਇਹ ਹੈ ਵੀ ਅਸੀਂ ਇੰਨਾ ਕੁ ਕਰ ਸਕਦੇ ਹਾਂ ਕਿ ਜਿਵੇਂ ਤੁਹਾਨੂੰ ਦੱਸਿਆ ਥੱਲੇ ਪਾਵਰਟੀ ਲਾਈਨ ਨੂੰ ਟੱਚ ਕਰਦਾ ਆਪਣਾ ਮੇਜਰ ਮਾਸਿਸ ਜਿਹੜੇ ਹੈਗੇ ਆ, ਉਹ ਜੇ ਇੰਨੇ ਆ, ਉੱਪਰ 20% ਆਪਾਂ ਅਬਵ ਐਵਰੇਜ ਲਾ ਲਈਏ ਅਤੇ 5% ਇਲੀਟ ਕਲਾਸ ਲਾ ਲਈਏ, ਤਾਂ ਜੇ ਹੇਠਾਂ ਵਾਲਾ ਢਾਂਚਾ ਹਿੱਲਦਾ ਤਾਂ ਉੱਪਰਲੇ ਵੀ ਡਿੱਗਦੇ ਹੈ ਨਾ। ਸੋ ਬਹੁਤ ਇੰਪੋਰਟੈਂਟ ਹੈ, ਸਾਡੀ ਉਹਨਾਂ ਓਫੀਸ਼ੀਅਲਸ ਨੂੰ ਵੀ ਆਹੀ ਅਪੀਲ ਹੈ ਵੀ ਉਹ ਬਸਤੀਆਂ ਝੁੱਗੀਆਂ 'ਚ ਜਿਹੜੇ ਲੋਕ ਰਹਿ ਰਹੇ ਹੈ ਨਾ, ਉਹਨਾਂ ਨੂੰ ਇਸ ਚੀਜ਼ ਬਾਰੇ ਅਵੇਅਰਨੈਸ ਦਿੱਤੀ ਜਾਵੇ, ਕਿਉਂਕਿ ਉਹ ਮਜ਼ਦੂਰ ਕਲਾਸ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਉਹਨਾਂ ਦਾ ਵਾਹ ਵਾਸਤਾ ਸਾਰਿਆਂ ਨਾਲ ਹੈ, ਬਟ ਉਹਨਾਂ ਨੂੰ ਪ੍ਰੋਪਰ ਨੌਲੇਜ ਨਹੀਂ ਹੈ ਇਸ ਚੀਜ਼ ਦੀ ਹਜੇ, ਅਤੇ ਇਹਦੇ 'ਤੇ ਸਾਨੂੰ ਵਰਕ ਜ਼ਰੂਰ ਕਰਨਾ ਚਾਹੀਦਾ। ਅਤੇ ਬਾਕੀ ਤੁਸੀਂ ਸਾਰੇ ਇੰਨਾ ਜ਼ਰੂਰ ਹੈ ਕਿ ਆਪਣੇ ਜੇ ਘਰਾਂ ਦੇ ਵਿੱਚ ਤੁਸੀਂ ਹੈਗੇ ਹੋ, ਆਈ ਹੋਪ ਕਿ ਤੁਸੀਂ ਸਾਰੇ ਕੁਛ ਕੰਸਟਰਕਟਿਵ ਕਰ ਰਹੇ ਹੋ, ਹੈ ਨਾ। ਖਿੱਝ ਕੇ ਲੜਾਈ ਝਗੜੇ ਆਪਸ ਦੇ ਵਿੱਚ ਨਹੀਂ ਕਰ ਰਹੇ, ਪਰਿਵਾਰ ਦੇ ਵਿੱਚ ਇੱਕ ਦੂਜੇ ਦਾ ਖਿਆਲ, ਸਮਾਂ, ਵਕਤ, ਜਿਵੇਂ ਕਿਹਾ ਇਹ ਵਕਤ ਆਪਣੇ ਪੋਟੈਂਸ਼ੀਅਲਸ, ਆਪਣੀ ਇਨਰ ਸੈਲਫ ਨੂੰ ਮਿਲਣ ਦਾ, ਅਤੇ ਉਹ ਸਮਾਂ ਜ਼ਰੂਰ ਦਿਓ, ਹੈ ਨਾ। ਚਲੋ ਸ਼ੁਕਰੀਆ ਜੀ, ਅੱਜ ਦਾ ਲਾਈਵ ਜ਼ਿਆਦਾ ਲੰਬਾ ਹੋ ਗਿਆ। ਪਰਮਾਤਮਾ ਮਿਹਰ ਕਰੇ ਤੁਹਾਡੇ ਸਾਰਿਆਂ 'ਤੇ, ਖੁਸ਼ ਰਹੋ, ਆਬਾਦ ਰਹੋ, ਰੱਬ ਮਿਹਰ ਕਰੇ ਇਸ ਧਰਤੀ ਪੰਜਾਬ 'ਤੇ। ਥੈਂਕ ਯੂ।